ਚੜ੍ਹਦੀ ਕਲਾ ਤੁਹਾਡੀ ਹਮੇਸ਼ਾ ਹੀ ਹੋਵੇ ਚੜ੍ਹਦੀ ਕਲਾ। ਸੋ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਚੈਨਲ PVS ਕਲਾਸਿਸ ਦੇ ਉੱਤੇ। ਔਰ ਅੱਜ ਮੈਂ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਕੈਲੰਡਰ। ਇੱਕ ਬਹੁਤ ਰੀਜ਼ਨਿੰਗ ਦਾ ਬਹੁਤ ਹੀ ਇੱਕ ਈਜ਼ੀ ਟੌਪਿਕ ਹੈ, ਠੀਕ ਹੈ। ਇਹਦਾ ਇੱਕ ਛੋਟਾ ਜਿਹਾ ਜੋ ਕੰਸੈਪਟ ਹੈ, ਅਗਰ ਤੁਸੀਂ ਸਮਝ ਗਏ ਤਾਂ ਤੁਹਾਡੇ ਕੈਲੰਡਰ ਦਾ ਜਿਹੜਾ ਹੈਗਾ ਕੋਈ ਵੀ ਸਵਾਲ ਫਸੇਗਾ ਨਹੀਂ। ਸੋ ਅੱਜ ਦੀ ਵੀਡੀਓ ਦੇ ਵਿੱਚ ਕੁਛ ਆਪਾਂ ਕੰਸੈਪਟ ਸਮਝਾਂਗੇ, ਕੁਛ ਸ਼ਾਰਟ ਟ੍ਰਿਕ ਦੇਖਾਂਗੇ, ਔਰ ਜੋ ਹੈ ਆਪਾਂ ਕੁਛ ਜਿਹੜੇ ਹੈਗੇ ਇਹ ਸਵਾਲ ਜਿਹੜੇ ਉਹ ਪ੍ਰੈਕਟਿਸ ਕਰਾਂਗੇ, ਠੀਕ ਹੈ। ਅਲੱਗ-ਅਲੱਗ ਤਰ੍ਹਾਂ ਦੇ ਸਵਾਲ, ਹਰੇਕ ਸਵਾਲ ਜਿਹੜਾ ਇੱਕ ਅਲੱਗ ਹੀ ਵੈਰਾਈਟੀ ਦਾ ਹੋਵੇਗਾ। ਸੋ ਐਂਡ ਤੱਕ ਜ਼ਰੂਰ ਦੇਖਣਾ ਹੈ ਵੀਡੀਓ, ਰਾਈਟ। ਸੋ ਕਰਦੇ ਹਾਂ ਸਟਾਰਟ। ਦੇਖੋ ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਕੈਲੰਡਰ ਹੈ, ਕੈਲੰਡਰ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਦਿੱਤਾ ਹੁੰਦਾ ਵਾ, ਆਪਾਂ ਨੂੰ ਦਿੱਤਾ ਹੁੰਦਾ ਵਾ ਸਾਲ, ਈਅਰ। ਓਕੇ, ਸਾਲ ਤੋਂ ਬਾਅਦ ਆਪਾਂ ਨੂੰ ਅੱਗੇ ਕੀ ਰਹਿੰਦੇ ਆ ਕੈਲੰਡਰ ਦੇ ਵਿੱਚ, ਮੰਥ। ਓਕੇ, ਔਰ ਮੰਥ ਤੋਂ ਬਾਅਦ ਤੁਸੀਂ ਦੇਖੋਗੇ ਤਾਂ ਮੰਥ ਦੇ ਬਾਅਦ ਵਿੱਚ ਸਾਨੂੰ ਕੀ ਹੁੰਦੇ ਆ, ਵੀਕਸ, ਹਫਤੇ ਹੁੰਦੇ ਆ ਸਾਡੇ ਕੋਲ। ਓਕੇ, ਔਰ ਵੀਕਸ ਤੋਂ ਬਾਅਦ ਆਪਣੇ ਕੋਲ ਕੀ ਆਉਂਦੇ ਆ, ਡੇਜ਼, ਰਾਈਟ। ਹੁਣ ਅਗਰ ਇੱਕ ਸਾਲ ਦੀ ਗੱਲ ਕਰੀਏ ਕਿ ਕਿਸੇ ਇੱਕ ਸਾਲ ਦੇ ਵਿੱਚ ਕਿੰਨੇ ਮਹੀਨੇ ਹੁੰਦੇ ਆ, ਸੋ ਇਹਦੇ ਵਿੱਚ ਕਿੰਨੇ ਮਹੀਨੇ ਹੁੰਦੇ ਆ, 12 ਮਹੀਨੇ ਹੁੰਦੇ ਆ। ਕੁਛ ਮਹੀਨੇ ਜਿਹੜੇ ਹੈਗੇ ਆ ਉਹ 30 ਦਿਨਾਂ ਦੇ ਹੁੰਦੇ ਆ, ਕੁਛ 31 ਦਿਨਾਂ ਦੇ ਹੁੰਦੇ ਆ, ਔਰ ਫੈਬਰਰੀ ਦਾ ਮਹੀਨਾ ਅਗਰ ਗੱਲ ਕਰੀਏ ਤਾਂ ਉਹ 28 ਜਾਂ 29 ਦਿਨਾਂ ਦਾ ਹੁੰਦਾ ਵਾ। ਓਕੇ, ਸੋ ਅੱਛਾ ਵੀਕ, ਓਕੇ ਵੀਕ ਕਿੰਨੇ ਹੁੰਦੇ ਆ, ਠੀਕ ਹੈ। ਵੀਕ ਦੀ ਗੱਲ ਕਰਨ ਤੋਂ ਪਹਿਲਾਂ ਡੇਜ਼ ਦੀ ਗੱਲ ਕਰ ਲੈਂਦੇ ਆ ਕਿ ਡੇਜ਼ ਕਿੰਨੇ ਹੁੰਦੇ ਆ। ਸੋ ਡੇਜ਼ ਤੁਸੀਂ ਜਾਣਦੇ ਆ ਕਿ ਕਿਸੇ ਸਾਲ ਦੇ ਵਿੱਚ 365 ਦਿਨ ਹੁੰਦੇ ਆ। ਇੱਕ ਨਾਰਮਲ ਈਅਰ ਦੀ ਗੱਲ ਕਰੀਏ, ਠੀਕ ਹੈ, N ਸਟੈਂਡ ਫॉर ਨਾਰਮਲ। ਓਕੇ, ਐਂਡ ਸਾਨੂੰ ਪਤਾ ਹੈ ਕਿ ਇਹ ਜੋ ਲੀਪ ਈਅਰ ਹੈ ਉਹਦੇ ਵਿੱਚ ਸਾਡੇ ਕੋਲ ਕਿੰਨੇ ਹੁੰਦੇ ਆ, 366 ਦਿਨ ਹੁੰਦੇ ਆ, ਰਾਈਟ। ਓਕੇ, ਨਾਰਮਲ ਈਅਰ ਸਾਡੇ ਕੋਲ 365 ਦਿਨ ਹੁੰਦੇ ਆ, ਔਰ ਜਿਹੜਾ ਲੀਪ ਈਅਰ ਹੈ ਉਹਦੇ ਵਿੱਚ ਸਾਡੇ ਕੋਲ 366 ਦਿਨ ਹੁੰਦੇ ਆ। ਓਕੇ, ਸੋ ਇਸੇ ਤਰ੍ਹਾਂ ਹੀ ਅਗਰ ਵੀਕਸ ਦੀ ਗੱਲ ਕਰੀਏ, ਕਿਹੜਾ ਨਾਰਮਲ ਈਅਰ ਹੋਊਗਾ ਉਹਦੇ ਅੰਦਰ ਸਾਡੇ ਕਿੰਨੇ ਵੀਕ ਹੋਊਗੇ, ਉਹਦੇ ਲਈ ਸਾਨੂੰ ਕੀ ਕਰਨਾ ਪੈਣਾ ਵਾ, ਸਾਨੂੰ 365 ਨੂੰ ਜਿਹੜਾ ਹੈਗਾ ਵਾ ਉਹ 7 ਦੇ ਨਾਲ ਡਿਵਾਈਡ ਕਰਨਾ ਪੈਣਾ ਵਾ, ਰਾਈਟ। ਸੋ 365 ਨੂੰ ਤੁਸੀਂ 7 ਦੇ ਨਾਲ ਡਿਵਾਈਡ ਕਰੋਗੇ ਔਰ ਤੁਸੀਂ ਦੇਖੋਗੇ ਕਿ ਕਿੰਨਾ ਰਿਮਾਈਂਡਰ ਆਉਂਦਾ ਵਾ, ਰਾਈਟ। ਓਕੇ, ਸੋ ਪਹਿਲਾਂ ਅਸੀਂ ਦੇਖੋ 7 5 35, ਓਕੇ, ਪਿੱਛੇ ਇੱਕ ਬਚਿਆ ਔਰ ਇੱਕ 15, ਇੱਕ ਔਰ 5 15 ਔਰ 7 दूना 14, ठीक है। सो साढ़े किन्ने हो गए 52 ਵੀਕਸ ਹੋ ਗਏ, ਪਲੱਸ 1 ਇੱਕ ਸਾਨੂੰ ਬਚਿਆ ਕਿੰਨਾ, ਇੱਕ ਦਿਨ ਬਚ ਗਿਆ ਜਿਹੜਾ ਕਿਸੇ ਵੀ ਹਫਤੇ ਦੇ ਵਿੱਚ ਨਹੀਂ ਲੱਗਾ, ਰਾਈਟ। ਉਹਨੂੰ ਆਪਾਂ ਕਵਾਂਗੇ 1 ਔਡ ਡੇ, OD, ਔਡ ਡੇ, ਠੀਕ ਹੈ। ਸੋ ਸਾਡੇ ਕੋਲ ਕਿੰਨੇ ਆ ਜਾਂਦੇ ਆ ਵੀਕ ਦੇ ਵਿੱਚ, ਸਾਨੂੰ ਕਿੰਨੇ ਵੀਕ ਮਿਲ ਜਾਂਦੇ ਆ, 52 ਵੀਕ ਐਂਡ 1 ਔਡ ਡੇ। ਓਕੇ, ਇਸੇ ਤਰੀਕੇ ਨਾਲ ਜਦੋਂ 366 ਨੂੰ ਅਸੀਂ ਕਰਾਂਗੇ 7 ਨਾਲ ਡਿਵਾਈਡ ਤਾਂ ਸਾਡੇ ਕੋਲ ਉਹੀ ਆ ਜਾਣਗੇ ਕਿ 300 ਆਪਣੇ ਸੌਰੀ 52 ਸਾਨੂੰ ਹਫਤੇ ਮਿਲ ਜਾਣਗੇ, ਔਰ ਸਾਡੇ ਕੋਲ ਦਿਨ ਕਿੰਨੇ ਬਚ ਜਾਣਗੇ ਪਿੱਛੇ 2। ਓਕੇ, ਸੋ ਇਟ ਵਿਲ ਬੀ 52 ਵੀਕਸ ਅਗੇਨ, ਬਟ ਸਾਡੇ ਕੋਲ ਇੱਕ ਦਿਨ ਵੱਧ ਗਿਆ, ਮਤਲਬ 2 ਔਡ ਡੇਜ਼ ਹੋ ਗਏ, ਰਾਈਟ। ਔਰ ਜੋ ਸਾਡੇ ਕੰਮ ਦੀ ਚੀਜ਼ ਹੈਗੀ ਆ ਉਹ ਔਡ ਡੇਜ਼ ਹੀ ਹੈਗੀ ਆ, ਰਾਈਟ। ਔਡ ਡੇਜ਼ ਕਿੱਦਾਂ ਸਾਡੇ ਕੰਮ ਆਉਂਦੇ ਆਪਾਂ ਹੁਣੇ ਗੱਲ ਕਰਾਂਗੇ, ਪਰ ਦੂਸਰੀ ਗੱਲ ਜਿਹੜੀ ਆਪਾਂ ਇੱਕ ਇੱਥੇ ਹੋਰ ਕਰਨੀ ਆ, ਠੀਕ ਹੈ, ਉਹ ਹੈਗੀ ਆ ਲੀਪ ਈਅਰਸ ਦੀ, ਠੀਕ ਹੈ। ਜਿੱਦਾਂ ਅਸੀਂ ਕਿਹਾ ਕਿ ਕੁਝ ਸਾਲ ਜਿਹੜੇ ਹੈਗੇ ਆ ਉਹ 366 ਦਿਨਾਂ ਦੇ ਹੁੰਦੇ ਆ। ਸੋ ਲੀਪ ਈਅਰ ਦੇ ਵਿੱਚ, ਲੀਪ ਈਅਰ ਕਿਹੜੇ ਸਾਲ ਜਿਹੜੇ ਹੈਗੇ ਆ ਉਹ ਲੀਪ ਈਅਰ ਹੁੰਦੇ ਆ, ਰਾਈਟ। ਤੁਸੀਂ ਸਭ ਨਾਰਮਲੀ ਜਿਹੜੇ ਸਾਰੇ ਜਾਣਦੇ ਹੋਵੋਗੇ ਜਿਹੜੇ ਕਿ 4 ਨਾਲ ਡਿਵਾਈਡ ਹੋ ਜਾਂਦੇ ਆ, ਠੀਕ ਹੈ, ਡਿਵਿਜ਼ੀਬਲ ਬਾਈ 4, ਠੀਕ ਹੈ। ਚਾਹੇ ਜਿੱਦਾਂ ਆਪਾਂ ਗੱਲ ਕਰੀਏ ਕਿ 1900 ਜਿਹੜਾ ਹੈਗਾ ਵਾ ਉਹ 92 ਆ, ਠੀਕ ਹੈ। ਇਹਨੂੰ ਤੁਸੀਂ 4 ਨਾਲ ਡਿਵਾਈਡ ਕਰੋਗੇ ਤਾਂ ਕਿੰਨਾ ਆ ਜਾਏਗਾ, ਠੀਕ ਹੈ। ਸੋ ਤੁਹਾਡੇ ਨਾਲ ਜਿਹੜਾ ਹੈਗਾ 4 ਨਾਲ ਡਿਵਾਈਡ ਹੋ ਰਿਹਾ ਵਾ। ਓਕੇ, 4 ਨਾਲ ਡਿਵਾਈਡ ਕਰਨਾ, ਕੋਈ ਵੀ ਚੀਜ਼ ਦੇਖਣੀ ਹੋਵੇ ਕਿ ਕੋਈ ਚੀਜ਼ ਕੋਈ ਵੀ ਨੰਬਰ 4 ਨਾਲ ਡਿਵਿਜ਼ੀਬਲ ਹੈ ਤਾਂ ਸਿੰਪਲੀ ਉਹਦੇ ਅਸੀਂ ਪਿਛਲੇ 2 ਨੰਬਰ ਵੀ 4 ਨਾਲ ਜੇ ਡਿਵਾਈਡ ਹੋ ਜਾਂਦੇ ਆ ਨਾ, ਤਾਂ ਇਹਦਾ ਮਤਲਬ ਆ ਕਿ ਉਹ ਜਿਹੜਾ 4 ਨਾਲ ਡਿਵਿਜ਼ੀਬਲ ਹੈ। ਤੁਸੀਂ ਸਾਰਾ ਵੀ ਕਰਕੇ ਦੇਖ ਸਕਦੇ ਆ, ਜਾਂ ਸਿੰਪਲੀ ਅਗਰ 92 ਨੂੰ ਦੇਖ ਲਓ ਕਿ ਕਿੰਨਾ ਆਏਗਾ, 4 दूनी 8, ओके, एक बचिया और एक और 2 12 और 4 3 12, ठीक है। सो पूरा डिविजिबल है ये, ठीक है। सो इसका मतलब जो 1992 जो ईयर से वो 4 ਨਾਲ डिविजिबल है। ओके, सो इदा ही अगर तुम देखो कि साल आप ले लीए मान लो 1700 4 है ना,
1700 ਸਾਲ ਜਿਹੜਾ ਦੇਖੋ ਕਿ ਇਹ ਲੀਪ ਈਅਰ ਹੈਗਾ ਵਾ ਜਾਂ ਨਹੀਂ ਹੈਗਾ। ਠੀਕ ਹੈ, ਸੋ ਜੇ ਅਸੀਂ 4 ਨਾਲ ਡਿਵਾਈਡ ਕਰਾਂਗੇ ਡਿਵੀਜ਼ੀਬਲ, ਦੇਖੋ ਜਿਹੜੇ ਵੀ ਜਿਹੜਾ ਨੰਬਰ ਹੈ ਉਹਦੇ ਪਿੱਛੇ 2 ਜ਼ੀਰੋਆਂ ਆਉਂਦੀਆਂ ਹੁਣ ਨਾ, ਤਾਂ ਸਿੱਧਾ ਇਹ ਸ਼ਾਰਟਕਟ ਹੈ ਕਿ ਉਹ 4 ਨਾਲ ਡਿਵੀਜ਼ੀਬਲ ਹੈ। ਠੀਕ ਹੈ, ਹੁਣ ਇਹਦਾ ਮਤਲਬ ਜਿਹੜਾ 1700 ਜੋ ਕੀ ਹੈ ਕਿ ਇਹ ਲੀਪ ਈਅਰ ਹੈ, ਰਾਈਟ। ਨਹੀਂ, ਇਹ ਲੀਪ ਈਅਰ ਨਹੀਂ ਹੈ, ਭਾਵੇਂ ਇਹ 4 ਨਾਲ ਡਿਵੀਜ਼ੀਬਲ ਹੈ, ਕਿਉਂਕਿ ਇੱਥੇ ਇੱਕ ਐਕਸੈਪਸ਼ਨ ਆ, ਜਿਹੜੇ ਵੀ ਸੈਂਚੂਰੀਅਨ ਈਅਰ ਹੁੰਦੇ ਆ, ਠੀਕ ਹੈ, ਜਿਹਦੇ ਪਿੱਛੇ ਡਬਲ ਜ਼ੀਰੋ ਲੱਗਦੀ ਹੈ, ਜਿੱਦਾਂ ਮੰਨ ਲਓ ਕਿ ਕੋਈ ਵੀ ਆਪਣਾ ਹੋ ਗਿਆ 1100 1200, ਠੀਕ ਹੈ, ਜਾਂ 300 ਸਾਲ, ਠੀਕ ਹੈ, ਜਾਂ 700 ਸਾਲ, ਜਿਹੜੇ ਵੀ ਸੈਂਚੂਰੀਅਨ ਈਅਰ ਹੁੰਦੇ ਆ, ਠੀਕ ਹੈ, ਜਿੱਥੇ ਸਦੀ ਪਲਟਦੀ ਆ, ਓਕੇ, ਉਹਨਾਂ ਦੇ ਉੱਤੇ ਕੀ ਕੰਡੀਸ਼ਨ ਇੱਕ ਹੋਰ ਲੱਗ ਜਾਂਦੀ ਹੈ ਕਿ ਜੇ ਉਹ 400 ਨਾਲ ਡਿਵੀਜ਼ੀਬਲ ਹੋਣ, ਉੱਥੇ 4 ਇਕੱਲੇ 4 ਨਾਲ ਡਿਵੀਜ਼ੀਬਲ ਹੋਣ ਦੀ ਗੱਲ ਨਹੀਂ ਹੁੰਦੀ, ਉਹਨਾਂ ਨੂੰ ਹੁੰਦੀ ਆ ਕਿ ਡਿਵੀਜ਼ੀਬਲ ਬਾਏ 400, ਠੀਕ ਹੈ, 400 ਨਾਲ ਜੇ ਅਗਰ ਉਹ ਡਿਵੀਜ਼ੀਬਲ ਹੋਣ ਤਾਂ ਹੀ ਜਿਹੜਾ ਹੈਗਾ ਉਹਨਾਂ ਨੂੰ ਲੀਪ ਸਾਲ, ਲੀਪ ਦਾ ਈਅਰ ਮੰਨਿਆ ਜਾਂਦਾ ਵਾ। ਓਕੇ, ਸੋ ਇਹਦਾ ਮਤਲਬ ਸਾਡੇ ਕੋਲ ਲੀਪ ਦੇ ਸਾਲ ਕਿਹੜੇ ਕਿਹੜੇ ਆ ਗਏ, ਸਾਡੇ ਕੋਲ 400 ਆ ਗਿਆ ਲੀਪ ਦਾ ਸਾਲ, ਸਾਡੇ ਕੋਲ 800 ਸਨ ਜਿਹੜਾ ਹੈਗਾ ਉਹ ਲੀਪ ਦਾ ਲੀਪ ਈਅਰ ਹੋ ਗਿਆ, 1200 ਜਿਹੜਾ ਉਹ ਵੀ ਲੀਪ ਈਅਰ ਹੋਊਗਾ, 1600 ਜਿਹੜਾ ਉਹ ਵੀ ਲੀਪ ਈਅਰ ਹੋਊਗਾ, 2000, ਠੀਕ ਹੈ, ਜਿਹੜਾ ਪਿੱਛੇ ਹਲੇ ਲੰਘ ਰਿਹਾ ਉਹ ਵੀ ਲੀਪ ਈਅਰ ਸੀ। ਇਸੇ ਤਰ੍ਹਾਂ ਸਾਡੇ ਕੋਲ ਸਨ 2400 ਜਿਹੜਾ ਹੈਗਾ ਵਾ, ਇਹ ਸਾਰੇ ਇਹ ਲੀਪ ਈਅਰ ਹੋਣਗੇ। ਓਕੇ, ਬਾਕੀ ਇਹ 1100 ਇਹ 1700 ਇਹ ਨਹੀਂ ਹੋਣਗੇ, ਠੀਕ ਹੈ, 1100 ਨਹੀਂ ਹੋਊਗਾ, 700 ਨਹੀਂ ਹੋਊਗਾ, 300 ਨਹੀਂ ਹੋਊਗਾ, ਕਿਉਂ? ਕਿਉਂਕਿ ਇਹ 400 ਦੇ ਨਾਲ ਡਿਵੀਜ਼ੀਬਲ ਨਹੀਂ ਹੈਗੇ, ਭਾਵੇਂ ਇਹ 4 ਦੇ ਨਾਲ ਡਿਵੀਜ਼ੀਬਲ ਹੈਗੇ ਆ। ਓਕੇ, 4 ਨਾਲ ਡਿਵੀਜ਼ੀਬਲ ਵਾਲੇ ਕੰਡੀਸ਼ਨ ਤਾਂ ਲਗਭਗ ਸਾਰੇ ਹੀ ਜਾਣਦੇ ਆ, ਪਰ ਜਿਹੜੀ ਇਹ ਕੰਡੀਸ਼ਨ ਆ ਕਿ 400 ਨਾਲ ਜਿਹੜੇ ਸੈਂਚੂਰੀਅਨ ਈਅਰ ਆ, ਠੀਕ ਆ, ਉਹ ਜੇ 400 ਨਾਲ ਡਿਵੀਜ਼ੀਬਲ ਹੋਣ ਤਾਂ ਹੀ ਉਹ ਮੰਨੇ ਜਾਂਦੇ ਆ ਕਿ ਉਹ ਲੀਪ ਈਅਰ ਹੈਗੇ ਆ, ਰਾਈਟ। ਸੋ ਹੁਣ ਆਪਾਂ ਗੱਲ ਕਰਦੇ, ਜਿੱਦਾਂ ਮੈਂ ਵਾਪਸ ਆਉਣਾ ਵਾ, ਠੀਕ ਹੈ, ਵਾਪਸ ਆਉਂਦੇ ਆ ਉੱਥੇ ਕਿ ਜਿਹੜੇ ਔਡ ਡੇਜ਼ ਹੈਗੇ ਆ ਉਹ ਤੁਹਾਡੇ ਕਿਸ ਤਰੀਕੇ ਨਾਲ ਕੰਮ ਆਉਂਦੇ, ਠੀਕ ਹੈ। ਸੋ ਆਓ ਕੁਐਸਚਨ ਵੀ ਦੇਖਦੇ ਆ ਇੱਕ, ਠੀਕ ਹੈ। ਕੁਐਸਚਨ ਕੀ ਦਿੱਤਾ ਹੋਇਆ ਕਿ ਟੁਡੇ ਇਜ਼ ਮੰਡੇ, ਆਫਟਰ 23 ਡੇਜ਼ ਇਟ ਵਿਲ ਬੀ ਸੰਡੇ, ਮੰਡੇ, ਟਿਊਜ਼ਡੇ ਔਰ ਵੈਡਨਸਡੇ, ਠੀਕ ਹੈ। ਸੋ 23 ਦਿਨਾਂ ਬਾਅਦ ਅੱਜ ਤੋਂ ਜਿਹੜਾ ਹੈਗਾ ਵਾ ਉਹ ਕਿਹੜਾ ਦਿਨ ਹੋਊਗਾ? ਅੱਜ ਜਿਹੜਾ ਹੈਗਾ ਵਾ ਮੰਡੇ ਆ, ਰਾਈਟ। ਹੁਣ ਤੁਸੀਂ ਦੇਖੋ ਕਿ ਆਪਾਂ ਦੇਖੀਏ ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਟਰਡੇ ਜਾਂ ਸੰਡੇ ਆ, ਰਾਈਟ। ਇਹੀ ਹਫਤੇ ਦੇ ਸਾਰੇ ਦਿਨ ਆ। ਸੋ ਇਸ ਤੋਂ ਬਾਅਦ ਅੱਗੇ ਅਸੀਂ ਫੇਰ ਚੱਲਾਂਗੇ ਤਾਂ ਫੇਰ ਜਿਹੜਾ ਹੈਗਾ ਵਾ ਸਾਡੇ ਕੋਲ ਮੰਡੇ ਆ ਜਾਣਾ ਵਾ। ਓਕੇ, ਸੋ ਇਹਦਾ ਮਤਲਬ ਹਰ 7 ਦਿਨਾਂ ਬਾਅਦ ਜਿਹੜਾ ਹੈਗਾ ਵਾ ਉਹ ਫੇਰ ਉਹੀ ਦਿਨ ਆ ਜਾਂਦਾ ਵਾ, ਠੀਕ ਹੈ। ਜਦੋਂ 7 ਦਿਨ ਲੰਘ ਗਏ ਉਸ ਤੋਂ ਬਾਅਦ 8ਵੇਂ ਦਿਨ ਫੇਰ ਜਿਹੜਾ ਹੈਗਾ ਉਹ ਪੁਰਾਣਾ ਦਿਨ ਹੀ ਆ ਜਾਂਦਾ ਵਾ। ਓਕੇ, ਸੋ ਇਸੇ ਤਰੀਕੇ ਨਾਲ ਅਸੀਂ ਦੇਖਣਾ ਕਿ ਜਦੋਂ ਸਾਨੂੰ ਇਹਨਾਂ ਨੇ 23 ਡੇਜ਼ ਅਗਰ ਇਹਨਾਂ ਨੇ ਕਿਹਾ ਵਾ ਕਿ 23 ਦਿਨਾਂ ਬਾਅਦ ਸਾਤੋਂ ਕਿਹੜਾ ਦਿਨ ਆਉਣਾ ਵਾ, ਤਾਂ ਇੱਕ ਤਾਂ ਵਾ ਕਿ ਅਸੀਂ ਪੋਟਿਆਂ ਤੇ ਗਿਣ ਕੇ ਦੱਸ ਦਈਏ, ਠੀਕ ਹੈ ਜੀ, ਇੰਨੇ, ਠੀਕ ਹੈ, ਆਹ ਵਾਲਾ ਦਿਨ ਆਊਗਾ। ਓਕੇ, ਠੀਕ ਹੈ, ਪਰ ਇੰਨੇ ਜ਼ਿਆਦਾ ਦਿਨ ਜਾਂ 23 ਤੋਂ ਵੀ ਜ਼ਿਆਦਾ ਦਿਨ ਆ ਗਏ, ਮੰਨ ਲਓ ਕਿ 73 ਦਿਨ ਆ ਗਏ, ਠੀਕ ਹੈ, ਉਹ ਅਸੀਂ ਪੋਟਿਆਂ ਤੇ ਨਹੀਂ ਗਿਣ ਸਕਦੇ, 23 ਸ਼ਾਇਦ ਅਸੀਂ ਫੇਰ ਵੀ ਗਿਣ ਲਈਏ। ਸੋ ਉਹਦੇ ਲਈ ਅਸੀਂ ਕੀ ਕਰਨਾ ਵਾ, ਠੀਕ ਹੈ, ਉਹਦੇ ਲਈ ਸਾਡੇ ਕੋਲ ਸਿੰਪਲੀ ਹੁੰਦਾ ਵਾ ਕਿ ਜਿੰਨੇ ਦਿਨ ਦਿੱਤੇ ਆ, ਠੀਕ ਹੈ, ਉਹਨਾਂ ਨੂੰ 23 ਡੇਜ਼ ਦਿੱਤੇ ਆ, 23 ਨੂੰ ਅਸੀਂ 7 ਨਾਲ ਡਿਵਾਈਡ ਕਰਕੇ ਇਹਦਾ ਰਿਮਾਈਂਡਰ ਦੇਖਣਾ ਵਾ ਕਿ ਕਿੰਨਾ ਨਿਕਲਦਾ ਵਾ, ਠੀਕ ਹੈ। ਸੋ 7 ਤੀਆ 21, ਬਚੇ ਕਿੰਨੇ? ਬਾਕੀ ਬਚੇ 2, ਠੀਕ ਹੈ। ਸੋ ਰਿਮਾਈਂਡਰ ਜਿਹੜਾ ਵਾ ਸਾਡਾ ਕਿੰਨਾ ਵਾ? ਉਹ 2 ਆ ਰਿਹਾ ਵਾ, ਠੀਕ ਹੈ। ਹੁਣ ਇਹ ਆਪਾਂ ਜਦੋਂ ਰਿਮਾਈਂਡਰ 2 ਆ ਗਿਆ ਤਾਂ ਆਪਾਂ ਕੀ ਕਰਨਾ ਵਾ, ਜਿਸ ਤਰੀਕੇ ਨਾਲ ਤੁਹਾਨੂੰ ਮੈਂ ਦੱਸ ਦਿੰਦਾ ਪਹਿਲਾਂ, ਠੀਕ ਹੈ। ਜਿੱਦਾਂ ਆਪਾਂ ਇਹ ਦਿਨ ਲਿਖ ਲਏ ਹਫਤੇ ਦੇ ਸਾਰੇ, ਠੀਕ ਹੈ। ਅੱਜ ਮੰਡੇ ਆ, ਠੀਕ ਹੈ, ਜਿਹੜਾ ਮੰਡੇ ਆ ਉਹਦੇ ਅੱਗੇ ਲਿਖ ਲਓ 0, ਟਿਊਜ਼ਡੇ ਦੇ ਅੱਗੇ 1 ਆ ਗਿਆ, ਇਦਾਂ ਹੀ ਅੱਗੇ ਚੱਲਦੇ ਜਾਓ, 3 4 5 6, ਓਕੇ, ਠੀਕ ਹੈ। ਸੋ ਰਿਮਾਈਂਡਰ 2 ਆ ਤਾਂ ਇਹਦਾ ਮਤਲਬ ਜਿਹੜਾ ਹੈਗਾ ਵਾ ਇਹ ਅਸੀਂ ਦੇਖਣਾ ਵਾ ਕਿ 2 ਨੰਬਰ ਕਿੱਥੇ ਆ, 2 ਨੰਬਰ ਜਿਹੜਾ ਹੈਗਾ ਵਾ ਉਹ ਵੈਡਨਸਡੇ ਤੇ ਆ। ਓਕੇ, ਸੋ ਇਹਦਾ ਮਤਲਬ ਸਾਡੇ ਕੋਲ ਜਿਹੜਾ ਹੈਗਾ 23 ਦਿਨਾਂ ਬਾਅਦ ਜਿਹੜਾ ਹੈਗਾ ਉਹ ਕਿਹੜਾ ਦਿਨ ਆਏਗਾ? ਸਾਡੇ ਕੋਲ ਦਿਨ ਆਏਗਾ ਉਹ ਵੈਡਨਸਡੇ। 4th ਇਜ਼ ਦਾ ਆਨਸਰ। ਓਕੇ, ਜੇ ਇਹੀ ਰਿਮਾਈਂਡਰ ਸਾਡੇ ਕੋਲ 4 ਆਇਆ ਹੁੰਦਾ, ਜੇ ਸਾਡੇ ਕੋਲ 4 ਆਇਆ ਹੁੰਦਾ ਤਾਂ ਸਾਡਾ ਇਹ ਦਿਨ ਕਿਹੜਾ ਹੋ ਜਾਣਾ ਸੀਗਾ? ਫਰਾਈਡੇ। ਓਕੇ, ਸੋ ਇਹ ਤੁਹਾਨੂੰ ਸਿੰਪਲ ਦੱਸ ਦਿੱਤਾ ਵਾ। ਇਹ ਕਿ ਤੁਸੀਂ 2-4 ਸਵਾਲ ਕਰੋਗੇ ਫਿਰ ਤੁਹਾਨੂੰ ਇਦਾਂ ਲਿਖਣ ਦੀ ਲੋੜ ਨਹੀਂ ਪੈਣੀ। ਜਿਹੜਾ ਦਿਨ ਹੈਗਾ ਵਾ ਧਿਆਨ ਨਾਲ ਸੁਣ ਲਓ, ਜਿਹੜੀ ਦੱਸਿਆ ਵੀ ਕਿ ਅੱਜ ਮੰਡੇ ਆ ਨਾ, ਤਾਂ ਮੰਡੇ ਦੇ ਸਾਹਮਣੇ 0 ਲਿਖੋ, ਠੀਕ ਹੈ। ਮੰਡੇ ਦੇ ਸਾਹਮਣੇ 0 ਲਿਖੋ, ਉਸ ਤੋਂ ਅੱਗੇ ਜਿਹੜਾ ਹੈਗਾ ਵਾ 1 2 3 0 1, 0 ਤੋਂ ਸ਼ੁਰੂ ਕਰਨਾ ਵਾ, 1 ਤੋਂ ਸ਼ੁਰੂ ਨਹੀਂ ਕਰਨਾ, 0 ਤੋਂ ਸ਼ੁਰੂ ਕਰਨਾ, 0 1 2 3 4 5 6 7 6 ਤੱਕ, ਠੀਕ ਹੈ। ਕਿਉਂਕਿ 7 ਰਿਮਾਈਂਡਰ ਹੋ ਹੀ ਨਹੀਂ ਸਕਦਾ ਜਦੋਂ ਤੁਸੀਂ 7 ਨਾਲ ਡਿਵਾਈਡ ਕਰਦੇ ਪਏ ਆ,
ठीक है। 7 कोई कदे भी 7 रिमाइंडर तो आएगा ही नहीं ਇਹਦੇ ਵਿੱਚ। ओके सो ਇਹ ਸਾਰੇ ਰਿਮਾइंडर ਆਉਣਗੇ ਔਰ ਜਿੰਨਾ ਰਿਮਾइंडर ਆ ਗਿਆ ਓਕੇ ਉਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆ ਕਿ ਤੁਹਾਡਾ ਕਿਹੜਾ ਦਿਨ ਆ ਗਿਆ ਰਾਈਟ। ਸੋ ਹੋਰ ਕਲੈਰਿਟੀ ਦੇ ਲਈ ਮੈਂ ਤੁਹਾਨੂੰ ਅੱਗੇ ਹੋਰ ਸਮਝਾ ਦਿੰਦਾ ਵਾਂ ਠੀਕ ਹੈ। ਜਿੱਦਾਂ ਇਹੀ ਸਵਾਲ ਹੈ ਸੇਮ ਉਹੀ ਸਵਾਲ ਹੈ ਮੈਂ ਤੁਹਾਨੂੰ ਕੈਲੰਡਰ ਦੇ ਉੱਤੇ ਦਿਖਾ ਰਿਹਾ ਵਾਂ ਕਿ ਜਿੱਦਾਂ ਦੱਸਿਆ ਗਿਆ ਕਿ ਅੱਜ ਮੰਡੇ ਆ ਸੋ ਕੋਈ ਮੰਡੇ ਵਾਲਾ ਦਿਨ ਚੁਣ ਲਓ ਠੀਕ ਹੈ। ਅੱਜ 4 ਤਰੀਕ ਆਪਾਂ ਦੇਖ ਲਈ ਵੀ ਇਸ ਕੈਲੰਡਰ ਦੇ ਵਿੱਚ ਜਨਵਰੀ 2021 ਦੇ ਵਿੱਚ 4 ਮੰਡੇ ਨੂੰ ਜਿਹੜੀ ਇੱਕ 4 ਤਰੀਕ ਆ ਠੀਕ ਹੈ। ਮੰਨ ਲੈਂਦੇ ਹਾਂ ਕਿ ਅੱਜ ਆਪਾਂ ਆਪਣੇ ਕੋਈ 4 ਤਰੀਕ ਹੈ ਔਰ ਅੱਜ ਤੋਂ 23 ਦਿਨਾਂ ਬਾਅਦ ਠੀਕ ਹੈ। ਸੋ 4 ਜਮਾ 23 ਕਿੰਨੇ ਹੁੰਦੇ ਆ 27 ਤਰੀਕ ਠੀਕ ਹੈ। ਸੋ 27 ਤਰੀਕ ਨੂੰ ਕਿਹੜਾ ਦਿਨ ਹੋਊਗਾ ਸੋ ਦੇਖੋ 27 ਤਰੀਕ ਨੂੰ ਕਿਹੜਾ ਦਿਨ ਹੈ ਵੈਡਨਸਡੇ ਹੈ। ਓਕੇ ਜੋ ਆਪਾਂ ਕੱਢਿਆ ਹੋਇਆ ਵਾ ਆਪਣੇ ਪਿੱਛੇ ਜੋ ਹੈ ਫਾਰਮੂਲਾ ਤੁਹਾਨੂੰ ਕਨਸੈਪਟ ਜਿਹੜਾ ਸਮਝਾਇਆ ਹੈ ਨਾ ਕਿ ਰਿਮਾइंडर ਕੱਢ ਕੇ ਤੁਸੀਂ ਕੱਢਣਾ ਵਾ। ਸੋ ਬਿਲਕੁਲ 23 ਦਿਨਾਂ ਬਾਅਦ ਜਿਹੜਾ ਸਾਡੇ ਕੋਲ ਉਹ ਵੈਡਨਸਡੇ ਹੀ ਆਉਂਦਾ ਪਿਆ ਵਾ ਠੀਕ ਹੈ। ਮਤਲਬ 27 ਤਰੀਕ ਨੂੰ ਸਾਡੇ ਕੋਲ ਵੈਡਨਸਡੇ ਹੀ ਆ ਰਿਹਾ ਹੈ। ਓਕੇ ਸੋ ਤੁਹਾਨੂੰ ਕੈਲੰਡਰ ਦੇ ਵਿੱਚੋਂ ਵੀ ਮੈਂ ਪ੍ਰੂਫ ਕਰ ਦਿੱਤਾ ਵੀ ਆਪਣਾ ਕਨਸੈਪਟ ਜਿਹੜਾ ਹੈਗਾ ਵਾ ਉਹ ਬਿਲਕੁਲ ਸਹੀ ਆ। ਓਕੇ ਹਾਂਜੀ ਹੁਣ ਇਹਦਾ ਸੇਮ ਉਹੀ ਕੁਐਸਚਨ ਟਾਈਪ ਥੋੜੇ ਡੇਜ਼ ਬਦਲੇ ਆ ਔਰ ਫਰਾਈਡੇ ਬਦਲਿਆ ਵਾ। ਓਕੇ ਸੋ ਇਹਨੂੰ ਵੀ ਥੋੜਾ ਤਾਂ ਇਹ ਤਾਂ ਮੈਂ ਕੁਐਸਚਨ ਪਾਇਆ ਕਿ ਤੁਹਾਨੂੰ ਹੋਰ ਕਲੈਰਿਟੀ ਆ ਜਾਵੇ ਕਿ ਕਿਸ ਤਰੀਕੇ ਨਾਲ ਕਰਨਾ ਠੀਕ ਹੈ। ਸੋ ਪਹਿਲਾਂ ਆਪਾਂ ਕੀ ਕਰ ਲਿਆ 61 ਨੂੰ ਕਿਹਦੇ ਨਾਲ ਡਿਵਾਈਡ ਕਰ ਦਿੱਤਾ 7 ਨਾਲ ਕੀਤਾ 8 7 56 56 ਸੋ 61 ਮਾਈਨਸ 56 ਕਿੰਨੇ ਹੋਣਗੇ 5 ਠੀਕ ਹੈ। ਸਾਡੇ ਕੋਲ ਰਿਮਾइंडर ਜਿਹੜਾ ਉਹ 5 ਆਇਆ। ਓਕੇ ਸੋ ਕਿਹੜਾ ਦਿਨ ਆਊਗਾ ਸੋ ਮੈਂ ਤੁਹਾਨੂੰ ਕਿੱਦਾਂ ਜਿੱਦਾਂ ਦੱਸਿਆ ਸੀਗਾ ਕਿ 0 ਲਿਖੋ ਠੀਕ ਹੈ। ਅੱਜ ਟੁਡੇ ਕੀ ਆ ਟੁਡੇ ਇਜ਼ ਫਰਾਈਡੇ ਠੀਕ ਹੈ। 0 ਦੇ ਅੱਗੇ ਲਿਖੋ ਫਰਾਈਡੇ ਠੀਕ ਹੈ। ਫਿਰ 1 ਪਾਓ ਸੈਟਰਡੇ ਸੰਡੇ ਮੰਡੇ ਟਿਊਜ਼ਡੇ ਵੈਡਨਸਡੇ ਥਰਸਡੇ ਥਰਸਡੇ ਤੋਂ ਬਾਅਦ ਫਿਰ ਫਰਾਈਡੇ ਆ ਜਾਣਾ। ਸੋ ਇਸ ਤਰੀਕੇ ਨਾਲ ਤੁਸੀਂ ਇਹ ਲਿਖ ਲਓ 6 ਓਕੇ। ਤੁਹਾਡਾ ਰਿਮਾइंडर ਜਿਹੜਾ ਹੈਗਾ ਵਾ ਉਹ ਕਿੰਨਾ ਵਾ 5 ਆ ਤਾਂ ਇਹਦਾ ਮਤਲਬ ਆਨਸਰ ਕੀ ਆ ਵੈਡਨਸਡੇ ਠੀਕ ਹੈ। 4th ਆਪਸ਼ਨ ਵੈਡਨਸਡੇ ਹੀ ਇਹਦਾ ਜਿਹੜਾ ਹੈਗਾ ਉਹ ਆਨਸਰ ਹੈ ਇਹਦਾ ਠੀਕ ਹੈ। 61 ਡੇਜ਼ ਤੋਂ ਬਾਅਦ ਕਿੰਨਾ ਕਿਹੜਾ ਦਿਨ ਆਏਗਾ ਸੋ ਇਸ ਤਰੀਕੇ ਨਾਲ ਤੁਸੀਂ ਕੱਢ ਸਕਦੇ ਆ ਕਿ ਇਟ ਵਿਲ ਬੀ ਵੈਡਨਸਡੇ। ਸੋ ਧਿਆਨ ਕੀ ਰੱਖਣਾ ਵਾ ਕਿ ਜਿਹੜਾ ਦਿਨ ਜਿਹੜਾ ਸਾਡੇ ਨੂੰ ਦਿੱਤਾ ਹੋਇਆ ਵਾ ਕਿ ਟੁਡੇ ਰਾਈਟ ਉਹਨੂੰ ਜਿਹੜਾ ਹੈਗਾ ਅਸੀਂ 0 ਤੋਂ ਸਟਾਰਟ ਕਰਨਾ ਵਾ ਠੀਕ ਹੈ। ਉਸ ਤੋਂ ਥੱਲੇ ਜਿਹੜੇ ਹੈਗੇ ਅਸੀਂ ਸਿੱਧਾ ਸਾਰੇ 1 2 3 4 5 6 ਤੱਕ ਲਿਖ ਕੇ ਸੱਤੋਂ ਦੇ ਸੱਤੋਂ ਦਿਨ ਇਸ ਤਰੀਕੇ ਨਾਲ ਕੱਢ ਲੈਣੇ ਆ ਪਰ ਜਿੰਨਾ ਸਾਡਾ ਰਿਮਾइंडर ਆਇਆ ਉਸ ਨੰਬਰ ਨੂੰ ਜਿਹੜਾ ਹੈਗਾ ਵਾ ਅਸੀਂ ਉਸ ਡੇ ਨੂੰ ਜਿਹੜਾ ਹੈਗਾ ਸਾਡਾ ਆਨਸਰ ਹੋਏਗਾ। ਓਕੇ ਲੱਗਿਆ ਸਮਝ। ਹੁਣ ਚੱਲਦੇ ਆ ਇੱਕ ਥੋੜਾ ਡਿਫਰੈਂਟ ਜਿਹਾ ਕੁਐਸਚਨ ਇਹਦੇ ਨਾਲੋਂ ਰਾਈਟ। ਹੁਣ ਸਾਡੇ ਕੋਲ ਕੀ ਦਿੱਤਾ ਗਿਆ ਕਿ ਅੱਜ 28 ਜਨਵਰੀ ਹੈ ਔਰ ਜਿਹੜਾ ਹੈਗਾ ਵਾ ਉਹ ਸਾਡੇ ਕੋਲ ਦਿਨ ਹੈਗਾ ਵਾ ਵੀਰਵਾਰ ਥਰਸਡੇ ਠੀਕ ਹੈ। 4 ਅਪ੍ਰੈਲ 2021 ਨੂੰ ਕਿਹੜਾ ਦਿਨ ਹੋਊਗਾ ਓਕੇ। ਸੋ ਇਹਦੇ ਲਈ ਵੀ ਆਪਾਂ ਜਿਹੜੇ ਹੈਗੇ ਨੰਬਰ ਆਫ ਔਡ ਡੇਜ਼ ਕੱਢਣੇ ਆ ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਕਿੰਨੇ ਕੱਢਣੇ ਆ ਨੰਬਰ ਆਫ ਔਡ ਡੇਜ਼ ਠੀਕ ਹੈ। ਔਡ ਡੇਜ਼ ਕੱਢਣ ਲਈ ਸਾਨੂੰ ਪਹਿਲਾਂ ਪਤਾ ਲੱਗੇ ਕਿ ਇਹਦੇ ਵਿੱਚ ਟੋਟਲ ਡੇਜ਼ ਕਿੰਨੇ ਹੈਗੇ ਆ ਠੀਕ ਹੈ। ਸੋ ਅਸੀਂ ਜਨਵਰੀ ਦੇ ਦਿਨ ਕੱਢੀਏ ਫੈਬਰਰੀ ਦੇ ਕੱਢੀਏ ਠੀਕ ਹੈ ਔਰ ਮਾਰਚ ਦੇ ਕੱਢੀਏ ਐਂਡ ਅਪ੍ਰੈਲ ਦੇ ਕੱਢੀਏ। ਸੋ ਜਨਵਰੀ ਦੇ ਸਾਡੇ ਕੋਲ ਕਿੰਨੇ ਦਿਨ ਹੋਏ ਜਨਵਰੀ ਦਾ ਮਹੀਨਾ ਕਿੰਨੇ ਦਿਨਾਂ ਦਾ ਹੁੰਦਾ ਵਾ 31 ਦਾ ਮਹੀਨਾ ਹੁੰਦਾ ਨਾ ਜਨਵਰੀ ਦਾ। ਸੋ 31 ਦੇ ਵਿੱਚੋਂ ਅੱਜ ਕੀ ਆਪਣਾ 28 ਜਨਵਰੀ ਦਿੱਤੀ ਹੋਈ ਆ ਸੋ ਬਾਕੀ ਦੇ ਕਿੰਨੇ ਦਿਨ ਬਚੇ 31 ਚੋਂ 28 ਕੱਢੇ ਕਿੰਨੇ ਬਚੇ 3 ਠੀਕ ਹੈ। ਸਾਡੇ ਕੋਲ 3 ਦਿਨ ਹੈਗੇ ਆ ਹੋਰ ਠੀਕ ਹੈ। ਉਸ ਤੋਂ ਬਾਅਦ ਫਰਵਰੀ ਚ ਸਾਡੇ ਕੋਲ ਕਿੰਨੇ ਦਿਨ ਹੋ ਗਏ ਆ ਸੋ ਫਰਵਰੀ ਦਾ ਦੇਖੋ 28 ਦਾ ਵੀ ਹੋ ਸਕਦਾ ਮਹੀਨਾ 29 ਦਾ ਵੀ ਹੋ ਸਕਦਾ ਵਾ ਠੀਕ ਹੈ। ਔਰ ਸਾਨੂੰ ਪਤਾ ਵਾ ਕਿ 2021 ਜਿਹੜਾ ਇੱਕ ਨਾਨ ਲੀਪ ਈਅਰ ਆ ਮਤਲਬ ਨਾਰਮਲ ਈਅਰ ਆ ਸੋ ਇਹਦੇ ਵਿੱਚ ਕਿੰਨੇ ਹੋਣਗੇ ਦਿਨ ਸਾਡੇ ਕੋਲ 28 ਠੀਕ ਹੈ। ਓਕੇ ਇਸ ਤੋਂ ਬਾਅਦ ਤੁਸੀਂ ਮਾਰਚ ਦੇ ਵਿੱਚ ਦੇਖੋ ਮਾਰਚ ਤੇ 31 ਦਾ ਹੀ ਮਹੀਨਾ ਹੁੰਦਾ ਵਾ 31 ਦਿਨ ਇਹ ਲਾ ਲਓ ਔਰ ਅਪ੍ਰੈਲ ਸਾਨੂੰ ਕਿੰਨੇ ਪੁੱਛਿਆ ਵਾ 4 ਅਪ੍ਰੈਲ ਸੋ ਅਪ੍ਰੈਲ ਦੇ 4 ਦਿਨ ਠੀਕ ਹੈ। ਇਹ ਅਸੀਂ ਲੈ ਲਏ ਇਹਨਾਂ ਸਾਰਿਆਂ ਨੂੰ ਐਡ ਕੀਤਾ 8 3 11 1 12 और 4 16 एक आया हंसल और 2 3 5 और 1 6 ठीक है। सो 66 दिन राइट इतने 66 दिन आ गए टोटल डे सानू किन्ने आ गए 66 ठीक है। हुण इहदे विचों ऑड डेज अगर कढने होण तां आपां की करांगे ਉਹੀ ਆਪਣਾ ਕੰਮ 66 ਨੂੰ ਜਿਹੜਾ ਹੈਗਾ ਵਾ ਉਹ 7 ਨਾਲ ਡਿਵਾਈਡ ਕਰਕੇ ਦੇਖਾਂਗੇ ਰਿਮਾइंडर ਕਿੰਨਾ ਨਿਕਲਿਆ ਔਰ ਸਾਡਾ ਰਿਮਾइंडर ਇੱਥੇ ਕਿੰਨਾ ਨਿਕਲਿਆ ਰਿਮਾइंडर ਸਾਡਾ ਨਿਕਲਿਆ ਦੇਖੋ ਤੁਸੀਂ ਸੱਤੂ ਨਾਮ 63 ठीक है। 66 ਦੇ ਵਿੱਚੋਂ 63 ਘਟਾਤੇ ਤਾਂ ਬਚੇ ਕਿੰਨੇ 3 ਠੀਕ ਹੈ। ਸਾਡਾ ਰਿਮਾइंडर ਨਿਕਲਿਆ 3 ਓਕੇ। ਹੁਣ ਆਪਾਂ ਉਹੀ ਆਪਣਾ ਕੰਮ ਕਰੀਏ ਕਿ 28 ਜਨਵਰੀ ਨੂੰ ਕਿੰਨਾ ਥਰਸਡੇ ਦਿੱਤਾ ਹੋਇਆ ਵਾ ਸੋ 0 ਥਰਸਡੇ 1
ਫਰਾਈਡੇ ਟੂ ਸੈਟਰਡੇ ਐਂਡ 3 ਜਿਹੜਾ ਹੈਗਾ ਵਾ ਉਹ ਸਾਡਾ ਸੰਡੇ ਆ ਗਿਆ। ਓਕੇ, ਸੋ ਸਾਡਾ ਆਨਸਰ ਜਿਹੜਾ ਹੈਗਾ ਵਾ ਉਹ ਸੰਡੇ ਹੈ। ਠੀਕ ਹੈ, ਅਸੀਂ ਚੈੱਕ ਵੀ ਕਰ ਸਕਦੇ ਹਾਂ ਕਿ 4 ਅਪ੍ਰੈਲ ਨੂੰ ਕੈਲੰਡਰ ਦੇ ਵਿੱਚ ਕੀ ਦਿਨ ਆ ਰਿਹਾ। ਓਕੇ, ਸੋ ਸੰਡੇ ਵਾਲਾ ਦਿਨ ਸਾਡਾ ਇਹ ਆਨਸਰ ਆ ਗਿਆ। ਦੇਖੋ ਇਹ ਤਾਂ ਸੀਗੀ ਇੱਕ ਅਪਰੋਚ ਕੁਐਸਚਨ ਕਰਨ ਦੀ, ਇਹ ਤੋਂ ਵੀ ਹੋਰ ਸ਼ਾਰਟ ਅਪਰੋਚ ਹੈਗੀ ਆ। ਠੀਕ ਹੈ, ਉਹਦੇ ਵਿੱਚ ਆਪਾਂ ਸਿੱਧੇ ਔਡ ਡੇਜ਼ ਹੀ ਕਾਊਂਟ ਕਰਦੇ ਹਾਂ, ਰਾਈਟ। ਜਨਵਰੀ ਦੇ ਵਿੱਚੋਂ ਦੇਖੋ 3 ਦਿਨ ਆ। ਠੀਕ ਹੈ, ਸਰ 3 ਦਿਨ ਤੱਕ ਹਫਤਾ ਤਾਂ ਬਣਿਆ ਨਹੀਂ ਆ, ਰਾਈਟ। ਸੋ ਇਹਦੇ ਵਿੱਚ ਸਾਡੇ ਕੋਲ 3 ਦਿਨ ਕਿੰਨੇ ਬਚ ਗਏ, ਕਿੰਨੇ ਸਾਡੇ ਔਡ ਡੇਜ਼ ਬਣ ਗਏ, ਸਾਡੇ 3 ਹੀ ਔਡ ਡੇਜ਼ ਹੋ ਗਏ। ਅਸੀਂ ਪੂਰੇ ਮੰਥ ਨੂੰ ਨਹੀਂ ਕਾਊਂਟ ਕਰਨਾ ਇੱਥੇ। ਠੀਕ ਹੈ, ਜਦੋਂ ਔਡ ਡੇਜ਼ ਕਰਨ ਲੱਗੇ ਕਿ 31 ਦਾ ਮਹੀਨਾ ਵਾਰ ਔਡ ਡੇਜ਼ ਦੇਖੀਏ, ਹੁਣ ਸਾਡੇ ਕੋਲ ਜਿੰਨੇ ਦਿਨ ਬਚੇ ਆ ਇਸ ਕੇਸ ਦੇ ਵਿੱਚ, ਠੀਕ ਹੈ, ਓਕੇ। ਸੋ ਉਸ ਤਰੀਕੇ ਨਾਲ ਅਸੀਂ 3 ਦਿਨ ਆ ਗਏ ਸਾਡੇ ਕੋਲ। ਠੀਕ ਹੈ, ਇੱਦਾਂ ਹੀ ਦੇਖੋ ਫਰਵਰੀ ਦੇ ਵਿੱਚ ਸਾਡੇ ਕਿੰਨੇ ਔਡ ਡੇਜ਼ ਹੋ ਗਏ, ਫਰਵਰੀ ਦੇ ਸਾਡੇ 0 ਔਡ ਡੇ ਹੋ ਗਏ, ਕਿਉਂਕਿ 28 ਜਿਹੜਾ ਵਾ ਉਹ 7 ਨਾਲ ਪੂਰੀ ਤਰ੍ਹਾਂ ਡਿਵੀਜ਼ੀਬਲ ਆ, ਇਹ 'ਚ ਕੋਈ ਰਿਮਾਈਂਡਰ ਨਹੀਂ ਬਚਦਾ, ਰਾਈਟ। ਓਕੇ, ਸੋ ਇੱਥੇ 0 ਔਡ ਡੇਜ਼ ਹੋ ਗਏ। ਹੁਣ ਮਾਰਚ ਦੇ ਵਿੱਚ 31 ਦਿਨ ਆ। ਠੀਕ ਹੈ, 31 ਨੂੰ 7 ਨਾਲ ਡਿਵਾਈਡ ਕਰੋਗੇ ਤਾਂ 7 ਚੌਕਾ 28 ਔਰ ਪਿੱਛੇ ਕਿੰਨੇ ਔਡ ਡੇਜ਼ ਬਣਦੇ ਆ, 3 ਬਚ ਜਾਂਦੇ ਆ। ਓਕੇ, ਔਰ ਇਸੇ ਤਰੀਕੇ ਨਾਲ ਜਿਹੜਾ ਹੈਗਾ ਵਾ ਅਪ੍ਰੈਲ ਦਾ ਅਸੀਂ ਤੁਸੀਂ ਕਾਇਨ ਕਰੋਗੇ, ਅਪ੍ਰੈਲ ਦਾ 30 ਦਾ ਮਹੀਨਾ ਹੋਇਆ। ਓਕੇ, ਅਪ੍ਰੈਲ ਦਾ 30 ਦਾ ਨਹੀਂ ਆਪਾਂ ਪੂਰਾ ਨਹੀਂ ਦੇਖਣਾ, ਇੱਥੇ 4 ਦਿਨ ਹੀ ਆ ਨਾ, ਕਿਉਂਕਿ ਆਪਾਂ 4 ਅਪ੍ਰੈਲ ਨੂੰ ਦੇਖਣਾ ਵਾ। ਸੋ ਅਪ੍ਰੈਲ ਦੇ 4 ਦਿਨ ਹੋ ਗਏ। ਠੀਕ ਹੈ, ਸੋ ਇਸ ਟੋਟਲ ਕਿੰਨੇ ਹੋ ਗਏ, 3 3 6 ਔਰ 4 10। ਠੀਕ ਹੈ, 10 ਨੂੰ ਤੁਸੀਂ ਫਰਦਰ ਜਿਹੜਾ 7 ਨਾਲ ਡਿਵਾਈਡ ਕਰੋਗੇ। ਓਕੇ, ਰਾਈਟ। ਸੋ ਇਹ ਤੁਹਾਡੇ ਕਿੰਨੇ ਔਡ ਡੇਜ਼ ਬਣ ਗਏ ਵਾਪਸ। ਠੀਕ ਹੈ, ਇਹਦੇ ਵਿੱਚ ਰਿਮਾਈਂਡਰ ਤੁਹਾਡਾ ਕਿੰਨਾ ਬਚਿਆ, 3। ਓਕੇ, ਉਹੀ ਗੱਲ ਹੋ ਗਈ ਜਿਹੜਾ ਇੱਕ ਦੇ ਵਿੱਚ ਆਪਾਂ ਪੂਰਾ ਇਦਾਂ ਕਰਕੇ ਕੀਤਾ। ਠੀਕ ਹੈ, ਪੂਰੇ ਦਿਨ ਕਾਊਂਟ ਕਰਕੇ ਕੀਤਾ, ਔਰ ਇੱਧਰ ਤੁਸੀਂ ਜਿਹੜੇ ਹੈਗੇ ਔਡ ਡੇਜ਼ ਕਿਹੜੇ ਕਾਊਂਟ ਕਰਕੇ ਕੀਤੇ, ਤਾਂ ਉੱਥੇ ਵੀ ਤੁਹਾਡੇ ਸੇਮ ਹੀ ਆਨਸਰ ਆਇਆ। ਅੱਛਾ, ਹੁਣ ਤੁਸੀਂ ਇਹ ਤਾਂ ਨਹੀਂ ਸੋਚੋਗੇ ਸਰ ਇੱਥੇ ਆਪਾਂ ਪਹਿਲਾਂ ਹੀ ਔਡ ਡੇਜ਼ ਕੱਢੇ ਸੀਗੇ, ਠੀਕ ਹੈ, ਇਹਨੂੰ ਫੇਰ ਦੁਬਾਰਾ 7 ਨਾਲ ਕਿਉਂ ਡਿਵਾਈਡ ਕੀਤਾ, ਰਾਈਟ। ਸੋ ਇਹ ਉਹ ਡੇਜ਼ ਹੈਗੇ ਆ। ਦੇਖੋ ਨਾ, ਜਦੋਂ ਮਤਲਬ ਹਰੇਕ ਮਹੀਨੇ ਦਾ ਜਦੋਂ ਔਡ ਡੇ ਇਕੱਠੇ ਕੀਤੇ, ਸਾਡੇ ਕੋਲ 10 ਦਿਨ ਬਣ ਗਏ। ਹੁਣ ਇਹਨਾਂ 10 ਦਿਨਾਂ ਦੇ ਵਿੱਚੋਂ ਵੀ ਤਾਂ ਇੱਕ ਹਫਤਾ ਬਣਦਾ ਹੀ ਆ। ਠੀਕ ਹੈ, ਇਹਨਾਂ 10 ਦਿਨਾਂ ਦੇ ਵਿੱਚ ਵੀ ਜਿੰਨੇ ਵੀ ਹਫਤੇ ਬਣਨ ਜਾਂ ਜਿੰਨੇ ਵੀ ਦਿਨ ਹੋਣ, ਉਹਨਾਂ ਨੂੰ ਵੀ ਅਸੀਂ ਇਕੱਠਾ ਕਰਕੇ ਉਹਨਾਂ ਦਾ ਵੀ ਤਾਂ, ਉਹਨਾਂ 'ਚੋਂ ਵੀ ਜਿੰਨੇ ਹਫਤੇ ਨਿਕਲਦੇ ਆ ਉਹ ਕੱਢ ਹੀ ਦੇਣੇ ਆ, ਰਾਈਟ। ਸੋ ਇਸ ਕਰਕੇ ਡਿਵਾਈਡ ਜਿਹੜਾ ਹੈਗਾ ਦੋਨਾਂ ਕੇਸਾਂ ਨਾਲ ਜੋੜ ਕੇ ਐਂਡ ਦੇ ਵਿੱਚ ਡਿਵਾਈਡ 7 ਨਾਲ ਕਰਨਾ ਹੀ ਕਰਨਾ, ਰਾਈਟ। ਓਕੇ, ਸੋ ਇਸ ਤਰੀਕੇ ਨਾਲ ਜਿਹੜੇ ਤੁਹਾਡਾ ਆਨਸਰ ਜਿਹੜਾ ਹੈਗਾ ਉਹ ਸੰਡੇ ਆ ਜਾਂਦਾ ਵਾ। ਓਕੇ, ਇਹ ਕਨਸੈਪਟ ਜਿਹੜਾ ਹੈਗਾ ਫਿਰ ਮੈਂ ਇਹਨੂੰ ਇੱਥੇ ਜ਼ੋਰ ਦੇਣਾ ਚਾਹੁੰਦਾ ਵਾ ਕਿ ਜਿੰਨੀ ਤਰੀਕ ਅੱਜ ਦਿੱਤੀ ਹੋਈ ਹੈ, ਜਿਹੜੀ ਹੁਣ ਇੱਥੇ ਜਿੱਦਾਂ ਆਪਾਂ ਪਹਿਲਾਂ ਟੂਡੇ ਵਾਲੀ ਕੇਸ 'ਚ ਕੀਤਾ ਸੀ, ਹੁਣ ਇੱਥੇ ਰੈਫਰੈਂਸ ਡੇਟ ਜਿਹੜੀ ਦਿੱਤੀ ਆਪਾਂ ਲਈ ਹੋਈ ਆ ਉਹ 28 ਜਨਵਰੀ ਤੋਂ ਲਈ ਹੋਈ ਆ ਨਾ, ਉਦੋਂ ਥਰਸਡੇ ਸੀਗਾ। ਸੋ ਇੱਥੇ ਥਰਸਡੇ ਦੇ ਸਾਹਮਣੇ 0 ਤੋਂ ਸਟਾਰਟ ਕਰ ਲਓ। ਠੀਕ ਹੈ, ਉਸ ਤੋਂ ਥੱਲੇ ਵੱਲ ਨੂੰ ਫਿਰ ਵੱਧਦੇ ਸਾਰੇ ਆਪਸ਼ਨਸ ਇੱਦਾਂ ਲਿਖ ਸਕਦੇ ਆ ਤੁਸੀਂ। ਓਕੇ, ਸੋ ਇਹ ਸੀਗਾ ਤੁਹਾਡਾ ਜਿਹੜਾ ਹੈਗਾ ਦੂਸਰੀ ਟਾਈਪ ਦਾ ਕੁਐਸਚਨ। ਠੀਕ ਹੈ, ਹੁਣ ਇੱਥੇ ਜਿਹੜਾ ਹੈਗਾ ਆਪਾਂ ਨੂੰ ਇੱਕ ਹੋਰ ਅੱਗੇ ਦੇ ਕੁਐਸਚਨ ਕਰਨ ਲਈ ਇੱਕ ਹੋਰ ਕਨਸੈਪਟ ਜਿਹੜਾ ਸਮਝ ਲੈਣ ਦੀ ਲੋੜ ਹੈ। ਦੇਖੋ ਹੁਣ ਤੁਹਾਨੂੰ ਇੰਨਾ ਤੇ ਪਤਾ ਲੱਗ ਗਿਆ ਵਾ ਕਿ ਜਿਹੜਾ ਹੈਗਾ ਵਾ ਆਪਣੇ ਕੋਲ ਮੰਥ ਵਾਈਜ਼ ਵੀ, ਠੀਕ ਹੈ, ਜਿਹੜਾ 30 ਦਾ ਆਪਣਾ ਮਹੀਨਾ ਹੋਇਆ ਉਹਦੇ ਵਿੱਚ ਸਾਡੇ ਕੋਲ 2 ਔਡ ਡੇਜ਼ ਹੁੰਦੇ ਆ। ਜਿਹੜਾ 31 ਦਾ ਮਹੀਨਾ ਹੁੰਦਾ ਉਹਦੇ ਵਿੱਚ ਸਾਡੇ ਕੋਲ 3 ਔਡ ਡੇਜ਼ ਹੁੰਦੇ ਆ, ਰਾਈਟ। ਸਰ ਤੁਸੀਂ ਇੱਕ ਸਾਲ ਦੇ ਅੰਦਰ ਜੇ ਤੁਹਾਨੂੰ ਪੁੱਛਿਆ ਵਾ ਵੀ 2021 ਦੀ ਇੱਕ ਡੇਟ ਦਿੱਤੀ ਹੈ ਤਾਂ ਦੂਜੀ ਡੇਟ ਦਿੱਤੀ ਹੈ, ਤਾਂ ਤੁਸੀਂ ਉਹਦੇ ਵਿੱਚ ਕੱਢ ਸਕਦੇ ਬੜੇ ਆਰਾਮ ਦੇ ਨਾਲ ਕਿ ਕਿੰਨੇ ਔਡ ਡੇਜ਼ ਆਉਂਦੇ ਆ। ਠੀਕ ਹੈ, ਪਰ ਜਦੋਂ ਤੁਹਾਨੂੰ ਜਿਹੜਾ ਹੈਗਾ ਵਾ ਮੰਨ ਲਓ ਕਿ ਇੱਦਾਂ ਪੁੱਛ ਲਿਆ ਜਾਵੇ ਕਿ ਹਾਂਜੀ 1735 ਦੇ ਵਿੱਚ ਆਹ ਤਰੀਕ ਨੂੰ ਕੀ ਦਿਨ ਸੀਗਾ, ਠੀਕ ਹੈ, ਤਾਂ ਜਿਹੜਾ ਹੈਗਾ ਵਾ ਤੁਹਾਨੂੰ ਕਾਫੀ ਔਖਾ ਹੋ ਜਾਏਗਾ। ਉਹਦੇ ਲਈ ਆਪਾਂ ਹੁਣ ਇਹ ਕਨਸੈਪਟ ਕਰਨ ਜਾ ਰਹੇ ਹਾਂ, ਰਾਈਟ। ਸੋ ਇਹ ਹੁਣ ਦੇਖੋ ਕਿ ਇਹਦੇ ਵਿੱਚ ਸਾਡੇ ਕੋਲ ਕੀ ਆ ਕਿ ਜਦੋਂ ਹੁਣ ਆਪਣੇ 100 ਸਾਲ ਦਾ ਕੋਈ ਪੀਰੀਅਡ ਹੋਵੇ, ਠੀਕ ਹੈ, ਕਿ 100 ਸਾਲ ਦਾ ਪੀਰੀਅਡ ਆ, ਉਹਦੇ ਵਿੱਚ ਸਾਨੂੰ ਕਿੰਨੇ ਔਡ ਡੇਜ਼ ਨਿਕਲਦੇ ਆ। ਓਕੇ, ਸੋ ਔਡ ਡੇਜ਼ ਕਿੰਨੇ ਨਿਕਲਦੇ ਆ, 5। ਇਹ ਕਿੱਦਾਂ 5 ਨਿਕਲੂਗੇ, ਜਦੋਂ ਮੰਨ ਲਓ ਕਿ ਆਪਾਂ 100 ਸਾਲ ਦੇ ਸਾਰੇ ਦਿਨ ਜਿਹੜੇ ਹੈਗੇ ਆ ਕਾਊਂਟ ਕਰ ਲਈਏ। ਠੀਕ ਹੈ, ਸਾਰੇ ਦਿਨ ਆਪਾਂ ਕਾਊਂਟ ਕਰਕੇ ਉਹਦੇ ਵਿੱਚੋਂ ਵੀਕ ਬਣਾ ਲਈਏ, ਮਤਲਬ ਉਹਨਾਂ ਨੂੰ 7 ਨਾਲ ਡਿਵਾਈਡ ਕਰ ਲਈਏ ਜਿੰਨੇ ਵੀ ਡੇਜ਼ ਬਣੇ। ਠੀਕ ਹੈ, ਟੋਟਲ ਡੇਜ਼। ਓਕੇ, ਇਹਨੂੰ ਜਦੋਂ 7 ਨਾਲ ਡਿਵਾਈਡ ਕਰਾਂਗੇ ਤਾਂ ਜਿੰਨਾ ਵੀ ਰਿਮਾਈਂਡਰ ਬਚੂਗਾ ਉਹ 5 ਬਚਦਾ ਵਾ। ਠੀਕ ਹੈ, ਤੇ ਇਹਦਾ ਮਤਲਬ 5 ਔਡ ਡੇਜ਼ ਹੈਗੇ ਆ। ਠੀਕ ਹੈ, ਹੁਣ 100 ਸਾਲ ਦੇ ਵਿੱਚ 5 ਔਡ ਡੇ ਆ ਤਾਂ 200 ਸਾਲ ਦੇ ਵਿੱਚ ਕਿੰਨੇ ਔਡ ਡੇ ਹੋ ਜਾਣਗੇ, 10। ਠੀਕ ਹੈ, ਹੁਣ 10 ਨੂੰ ਫਿਰ ਅਗੇਨ 7 ਨਾਲ ਡਿਵਾਈਡ ਕਰੋਗੇ ਤਾਂ ਕਿੰਨਾ ਰਿਮਾਈਂਡਰ ਬਚਦਾ, ਰਿਮਾਈਂਡਰ ਬਚਦਾ 3। ਓਕੇ, ਇੱਦਾਂ ਹੀ ਜਿਹੜਾ ਹੈਗਾ ਵਾ ਅਗਰ 100 ਸਾਲ ਦੇ ਵਿੱਚ 5 ਔਡ ਡੇ ਆ ਤਾਂ 300 ਸਾਲ ਦੇ ਵਿੱਚ ਕਿੰਨੇ ਹੋ ਜਾਂਦੇ ਆ, 15। ਓਕੇ, ਸੋ 15 ਨੂੰ 7 ਨਾਲ ਡਿਵਾਈਡ ਕਰਾਂਗੇ ਤਾਂ ਕਿੰਨਾ ਰਿਮਾਈਂਡਰ ਬਚਦਾ, 7 ਦੂਣੀ 14 ਔਰ 15 ਚੋਂ 14 ਘਟਾਏ ਤਾਂ 1। ਠੀਕ ਹੈ, ਰਿਮਾਈਂਡਰ 1 ਬਚਦਾ ਤਾਂ 300 ਸਾਲ ਦੇ ਵਿੱਚ ਸਾਡੇ ਕੋਲ ਜਿਹੜਾ ਹੈਗਾ ਵਾ 1 ਔਡ ਡੇ ਹੁੰਦਾ ਵਾ।
ओके अगली गल है कि ਜਿਹੜੇ ਹੈਗੇ ਆ ਉਹ 400 ਸਾਲ ਦੀ ਠੀਕ ਹੈ ਹੁਣ 400 ਸਾਲ ਦੇ ਵਿੱਚ ਕਿਦਾਂ 100 ਸਾਲ ਦੇ ਵਿੱਚ 5 ਸੀਗੇ ਤਾਂ 400 ਸਾਲ ਦੇ ਵਿੱਚ ਕਿੰਨੇ ਹੋ ਜਾਂਦੇ ਆ 20 odd days ਠੀਕ ਹੈ ਸੋ 20 ਨੂੰ ਜੇ 7 ਨਾਲ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਕਿੰਨਾ 6 ਬਚਦਾ ਵਾ ਠੀਕ ਹੈ ਪਰ ਅਸੀਂ ਇੱਥੇ 0 ਲਾਇਆ ਸੋ ਕਿਉਂ ਇਦਾਂ ਕਿਉਂ ਲਾਇਆ ਵਾ ਕਿਉਂਕਿ ਜਿਹੜਾ 400ਵਾਂ ਸਾਲ ਹੁੰਦਾ ਨਾ ਇਹ ਲੀਪ ਦਾ ਸਾਲ ਹੁੰਦਾ ਵਾ ਜਿੱਦਾਂ ਆਪਾਂ ਪਿੱਛੇ ਗੱਲ ਕੀਤੀ ਹੈ ਜਦੋਂ ਮੈਂ ਤੁਹਾਨੂੰ ਲੀਪ ਵਾਲੀ ਦੱਸਿਆ ਨਾ ਕਿ ਜਿਹੜਾ 400 ਸਾਲ ਵਾ 400 ਸਾਲਾਂ ਦੇ ਵਿੱਚ ਇੱਕ ਲੀਪ ਈਅਰ ਆਊਗਾ ਐਕਸਟਰਾ ਓਕੇ ਸੋ ਇਹਦੇ ਵਿੱਚ ਉਹ ਲੀਪ ਸਾਲ ਦਾ ਜਿਹੜਾ ਲੀਪ ਈਅਰ ਆਊਗਾ ਉਹਦਾ ਪਲੱਸ 1 ਹੋ ਜਾਣਾ ਵਾ ਠੀਕ ਹੈ 20 ਪਲੱਸ 1 ਓਕੇ ਉਹ ਔਡ ਡੇ ਇੱਕ ਵੱਧ ਜਾਣਾ ਵਾ 20 ਪਲੱਸ 1 ਕਿੰਨੇ ਹੋ ਗਏ 21 ਨੂੰ 7 ਨਾਲ ਕਰੋਗੇ ਤਾਂ ਕਿੰਨਾ ਰਿਮਾਈਂਡਰ ਆਉਂਦਾ ਵਾ 0 ਓਕੇ ਸੋ ਇਸ ਕਰਕੇ ਜਿਹੜਾ ਹੈਗਾ ਵਾ ਨੰਬਰ ਆਫ ਔਡ ਡੇ 400 ਸਾਲਾਂ ਦੇ ਬਾਅਦ ਔਡ ਡੇ ਜਿਹੜਾ ਵਾ ਉਹ 0 ਆਉਂਦਾ ਵਾ ਰਾਈਟ ਸੋ ਇਹ ਜਦੋਂ ਹੁਣ ਤੁਸੀਂ ਸਾਰੇ ਕਨਸੈਪਟ ਸਮਝ ਲਏ ਠੀਕ ਹੈ ਕਿ 100 ਸਾਲ ਦੇ ਵਿੱਚ 505 ਔਡ ਡੇ ਹੁੰਦੇ ਆ 200 ਸਾਲਾਂ ਦੇ ਵਿੱਚ 3 ਔਡ ਡੇ ਹੁੰਦੇ ਆ 300 ਸਾਲਾਂ ਦੇ ਵਿੱਚ 1 ਔਡ ਡੇ ਹੁੰਦਾ 400 ਸਾਲਾਂ ਵਿੱਚ ਕੋਈ ਵੀ ਔਡ ਡੇ ਨਹੀਂ ਹੁੰਦਾ ਓਕੇ ਇਹਦਾ ਮਤਲਬ ਇਹ 400 ਸਾਲ ਦੇ ਵਿੱਚ ਕੋਈ ਔਡ ਡੇ ਨਹੀਂ ਹੈਗਾ ਤਾਂ ਆਪਣੇ ਕੋਲ 800 ਸਾਲ ਦੇ ਵਿੱਚ ਵੀ ਕੋਈ ਔਡ ਡੇ ਨਹੀਂ ਹੈਗਾ 0 ਆ ਫਿਰ ਸਾਡੇ ਕੋਲ 1200 ਸਾਲ ਦੇ ਵਿੱਚ ਵੀ ਕੋਈ ਔਡ ਡੇ ਨਹੀਂ ਹੈਗਾ ਫਿਰ ਸਾਡੇ ਕੋਲ 1600 ਸਾਲ ਦੇ ਵਿੱਚ ਵੀ ਕੋਈ ਔਡ ਡੇ ਨਹੀਂ ਹੈਗਾ ਫਿਰ ਸਾਡੇ ਕੋਲ 2000 ਸਾਲ ਬਾਅਦ ਵੀ ਕੋਈ ਔਡ ਡੇ ਨਹੀਂ ਹੋਏਗਾ ਓਕੇ 2400 ਸਾਲ ਬਾਅਦ ਵੀ ਸਾਡੇ ਕੋਲ ਔਡ ਡੇ ਨਹੀਂ ਹੋਊਗਾ ਕਿਉਂਕਿ ਇਹ ਸਾਰੇ 400 ਦੇ ਮਲਟੀਪਲ ਆ ਓਕੇ ਲੱਗੀ ਸਮਝ ਹੁਣ ਆਪਾਂ ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ ਨੂੰ ਇਹ ਸਾਨੂੰ ਕਿੱਥੇ ਕੰਮ ਆਉਣਾ ਵਾ ਇਹ ਸਾਨੂੰ ਕੰਮ ਆਉਣਾ ਇਸ ਤਰੀਕੇ ਦੇ ਕੁਐਸਚਨ ਦੇ ਨਾਲ ਜਦੋਂ ਸਾਡੇ ਕੋਲ ਕੁਐਸਚਨ ਹੋ ਜਾਂਦਾ ਵਾ what was the day of week on 28th May 2006 ਠੀਕ ਹੈ ਕਿ 28 ਮਈ 2006 ਨੂੰ ਕਿਹੜਾ ਦਿਨ ਸੀਗਾ ਦੇਖੋ ਇੱਥੇ ਸਾਨੂੰ ਕੋਈ ਨਹੀਂ ਦਿੱਤਾ ਗਿਆ ਵੀ ਜਿਹੜਾ ਹੈਗਾ ਵਾ ਇਸ ਦਿਨ ਆਹ ਵਾਰ ਸੀਗਾ ਤੇ 28 ਮਈ ਨੂੰ ਕੱਢੋ 2006 ਨੂੰ ਕੱਢੋ ਸਾਨੂੰ ਕੋਈ ਰੈਫਰੈਂਸ ਨਹੀਂ ਦਿੱਤੀ ਗਈ ਸਭ ਤੋਂ ਸਿੱਧਾ ਹੀ ਪੁੱਛ ਲਿਆ ਵੀ 10 ਭਰਾ 28 ਮਈ 2006 ਨੂੰ ਕਿਹੜਾ ਦਿਨ ਸੀਗਾ ਹੁਣ ਅਸੀਂ ਸੋਚਾਂਗੇ ਵੀ ਲੈ ਯਾਰ ਇਹ ਕੀ ਹੋ ਗਿਆ ਅਸੀਂ ਕੋਈ ਅੰਤਰਜਾਮੀ ਬੰਦੇ ਅਸੀਂ ਕੁਛ ਇਦਾਂ ਤਰੀਕਾਂ ਦੇ ਵਾਰ ਵੀ ਯਾਦ ਰੱਖੀਏ ਕਿ ਕਿਹੜੀ ਤਰੀਕ ਨੂੰ ਕਿਹੜੇ ਤਰੀਕੇ ਕੀ ਦਿਨ ਸੀਗਾ ਰਾਈਟ ਸੋ ਇਹਦਾ ਜਿਹੜਾ ਹੈਗਾ ਵਾ ਉਹਦਾ ਵੀ ਇੱਕ ਬੜਾ ਵਧੀਆ ਰਾਸਤਾ ਵਾ ਠੀਕ ਹੈ ਸੋ ਇਹਨੂੰ ਆਪਾਂ ਕਿੱਦਾਂ ਕਰਨਾ ਵਾ ਪਹਿਲਾਂ ਤਾਂ ਦੇਖੋ ਇਹ 28 ਮਈ 2006 ਆ ਨਾ ਤਾਂ ਆਪਾਂ 2005 ਲਿਖੋ ਇੱਥੇ ਕਿਉਂਕਿ 2005 ਸਾਲ ਜਿਹੜੇ ਹੈਗੇ ਉਹ ਪੂਰੇ ਹੋ ਚੁੱਕੇ ਆ ਓਕੇ ਔਰ 206ਵਾਂ ਜਿਹੜਾ 2006ਵਾਂ ਉਹ ਚੱਲਦਾ ਪਿਆ ਵਾ ਠੀਕ ਹੈ ਹੁਣ 2005 ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ 2005 ਨੂੰ ਆਪਾਂ ਲਿਖ ਸਕਦੇ ਹਾਂ 2000 ਜਮਾ 5 ਠੀਕ ਹੈ ਹੁਣ 2000 ਸਾਲਾਂ ਦੇ ਵਿੱਚ ਕਿੰਨਾ ਔਡ ਡੇ ਹੁੰਦੇ ਆ ਠੀਕ ਹੈ ਔਡ ਡੇ ਕਿੰਨੇ ਹੁੰਦੇ 2000 ਸਾਲਾਂ ਦੇ ਵਿੱਚ ਇੱਥੇ 0 ਆ ਓਕੇ ਔਰ 5 ਸਾਲਾਂ ਦੇ ਵਿੱਚ ਕਿੰਨੇ ਔਡ ਡੇ ਹੋਊਗੇ ਠੀਕ ਹੈ ਹੁਣ 5 ਸਾਲਾਂ ਦੇ ਵਿੱਚ ਦੇਖੋ ਕੁਝ ਸਾਲ ਕੋਈ ਲੀਪ ਸਾਲ ਦੇ ਲੀਪ ਈਅਰ ਹੋਣਗੇ ਕਿਹੜੇ ਕੋਈ ਸਾਲ ਜਿਹੜੇ ਆ ਨਾਰਮਲ ਹੋਣਗੇ ਸੋ ਆਪਾਂ ਕਿੱਦਾਂ ਦੇਖਾਂਗੇ ਕਿ 5 ਸਾਲਾਂ 'ਚ ਕਿੰਨੇ ਲੀਪ ਈਅਰ ਹੋਣਗੇ ਰਾਈਟ ਸੋ ਕੀ ਸਿੰਪਲ ਕੀ ਤਰੀਕਾ ਹੈ 5 ਨੂੰ 4 ਨਾਲ ਡਿਵਾਈਡ ਕਰਕੇ ਦੇਖੋ ਸੋ ਕਿੰਨਾ ਆਏਗਾ ਇੱਕ ਹੀ ਆਏਗਾ 4 ਏਕਮ 4 ਠੀਕ ਹੈ ਔਰ ਇੱਕ ਰਿਮਾਈਂਡਰ ਆਏਗਾ ਇੱਥੇ ਆਪਾਂ ਰਿਮਾਈਂਡਰ ਦਾ ਕੰਸਰਨ ਨਹੀਂ ਹੈਗਾ ਇੱਥੇ ਆਪਣਾ ਕੰਸਰਨ ਹੈ ਕੋਸ਼ੈਂਟ ਦੇ ਨਾਲ ਠੀਕ ਹੈ ਸੋ ਕੋਸ਼ੈਂਟ ਵੀ ਇੱਥੇ ਇੱਕ ਹੈ ਠੀਕ ਹੈ ਰਾਈਟ ਮੰਨ ਲਓ ਕਿ ਇੱਥੇ 9 ਹੁੰਦਾ ਠੀਕ ਹੈ 9/4 ਹੁੰਦਾ ਤਾਂ ਸਾਡਾ ਕੋਸ਼ੈਂਟ ਕਿੰਨਾ ਬਣਨਾ ਸੀਗਾ 4 ਦੂਣੀ 8 ਮਤਲਬ 9 ਸਾਲਾਂ ਦੇ ਵਿੱਚ 2 ਲੀਪ ਈਅਰ ਹੋਣਗੇ ਠੀਕ ਹੈ ਇਦਾਂ ਹੀ ਸਾਡੇ ਕੋਲ ਇੱਥੇ 5 ਸਾਲ ਆ ਤਾਂ ਅਸੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਥੇ ਆਪਾਂ ਰਿਮਾਈਂਡਰ ਦੀ ਗੱਲ ਨਹੀਂ ਕਰ ਰਹੇ ਇੱਥੇ ਆਪਾਂ ਕੋਸ਼ੈਂਟ ਦੀ ਗੱਲ ਕਰ ਰਹੇ ਹਾਂ ਠੀਕ ਹੈ ਕਿ 4 ਸਾਲਾਂ ਦੇ ਵਿੱਚ ਸਾਡੇ ਕੋਲ ਇੱਕ ਲੀਪ ਈਅਰ ਹੋਏਗਾ ਠੀਕ ਹੈ 5 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਸਾਡੇ ਕੋਲ ਇੱਕ ਲੀਪ ਈਅਰ ਇੱਕ 4 ਸਾਲ ਨਾਰਮਲ ਆ ਤੇ 1 ਸਾਲ ਸਾਡਾ ਜਿਹੜਾ ਉਹ ਲੀਪ ਦਾ ਵਾ ਓਕੇ ਪਰ 4 ਦੇ ਵਿੱਚ ਅੱਛਾ ਜਿਹੜੇ ਨਾਰਮਲ ਈਅਰ ਹੈਗੇ ਆ ਠੀਕ ਹੈ ਲੈਟ ਮੀ ਇਟ 4n ਮਤਲਬ 4 ਨਾਰਮਲ ਆ ਔਰ 1l ਠੀਕ ਹੈ ਇੱਕ ਲੀਪ ਦਾ ਸਾਲ ਆ ਸੋ ਜਿਹੜੇ ਨਾਰਮਲ 4 ਸਾਲ ਆ ਇਹਨਾਂ ਦੇ ਵਿੱਚ ਸਾਡੇ ਕੋਲ ਕਿੰਨੇ ਹੋ ਗਏ ਇਹਦੇ ਵਿੱਚ ਸਾਡੇ ਕੋਲ ਕਿੰਨੇ ਔਡ ਡੇਜ਼ ਹੋ ਗਏ ਸਾਡੇ ਕੋਲ ਇੱਕ ਔਡ ਡੇ ਹੋ ਗਿਆ ਜਿਹੜਾ ਨਾਰਮਲ ਸਾਲ ਹੁੰਦਾ ਨਾ ਯਾਦ ਕਰੋ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਜਦੋਂ 365 ਦਿਨ ਹੁੰਦੇ ਆ ਉਦੋਂ 52 ਹਫ਼ਤੇ ਬਣਦੇ ਆ ਤੇ ਇੱਕ ਔਡ ਡੇ ਹੁੰਦਾ ਵਾ ਠੀਕ ਹੈ ਸੋ ਉੱਥੋਂ ਹੀ ਅਸੀਂ ਲਿਆ ਕਿ ਇੱਕ ਔਡ ਡੇ ਆ ਰਾਈਟ ਓਕੇ ਇੱਕ ਔਡ ਡੇ 1 ਸਾਲ ਦਾ ਔਰ 4 ਸਾਲਾਂ ਦੇ ਕਿੰਨੇ ਹੋ ਗਏ 4 ਔਡ ਡੇ ਓਕੇ ਸੋ ਇੱਧਰ ਇੱਕ ਲੀਪ ਈਅਰ ਆ ਔਰ ਇੱਕ ਲੀਪ ਈਅਰ ਦੇ ਅੰਦਰ ਕਿੰਨੇ ਔਡ ਡੇ ਹੁੰਦੇ ਆ 2 ਔਡ ਡੇ ਹੁੰਦੇ ਆ ਓਕੇ ਸੋ ਸਾਡੇ ਕੋਲ ਟੋਟਲ ਔਡ ਡੇ ਕਿੰਨੇ ਹੋ ਗਏ ਸਾਡੇ ਕੋਲ ਇੱਥੇ ਹੋ ਗਿਆ 0 ਆ 4 ਆ 2 ਆ ਮਤਲਬ ਟੋਟਲ ਸਾਡੇ ਕੋਲ ਔਡ ਡੇ ਹੋ ਗਏ 6
पर रुको ये सिर्फ 2005 तक दे आ, ठीक है। हुण 2006 ਦੇ ਮਈ 28 तक किन्ने दिन ਹੁੰਦੇ ਆ, ठीक है, ਆਪਾਂ ਉਹ ਵੀ ਕੱਢਣੇ ਆ, ठीक है। सो देखो अगेन देखो जनवरी ਦੇ ਵਿੱਚ 31 ਦਾ ਮਹੀਨਾ ਸਾਡੇ ਕੋਲ 3 ऑड डे, ਫੈਬਰਵਰੀ ਦੇ ਵਿੱਚ ਕਿੰਨਾ ਇਹ 2006 ਜਿਹੜਾ ਨॉन ਲੀਪ ਈਅਰ ਆ, ਸੋ ਇਹਦੇ ਮਤਲਬ ਸਾਡੇ ਕੋਲ 0 ऑड डे ਹੋ ਗਏ। ਮਾਰਚ ਦੇ ਵਿੱਚ 31 ਦਾ ਮਹੀਨਾ 3 ऑड डे हो गए, ठीक है। अप्रैल ਦੇ ਵਿੱਚ 30 ਦਾ ਮਹੀਨਾ 2 ऑड डे हो गए। ਮਈ ਦੇ ਵਿੱਚ 31 ਦਾ ਮਹੀਨਾ ओके देखो मई ਜਿਹੜਾ ਹੈਗਾ ਵਾ ਆਪਾਂ ਪੂਰਾ ਕੰਸੀਡਰ ਤਾਂ ਨਹੀਂ ਕਰ ਰਹੇ ਕਿਉਂਕਿ ਮਈ 28 ਦਿਨ ਆ ਰਿਹਾ, ਸੋ ਠੀਕ ਹੈ। ਸੋ ਆਪਾਂ ਇੱਥੇ 28 ਦਿਨ ਹੀ ਲੈ ਲਈਏ, ਠੀਕ ਹੈ। ਜਾਂ ਤੁਸੀਂ ਦੇਖ ਲਓ ਕਿ 28 ਨੂੰ ਅਗਰ ਤੁਸੀਂ 7 ਨਾਲ ਡਿਵਾਈਡ ਕਰਦੇ ਆ ਤਾਂ 0 ਆਉਂਦਾ ਵਾ, ਠੀਕ ਹੈ। ਤਾਂ ਇੱਥੇ ਵੀ ਤੁਸੀਂ 0 ऑड डे ਵੀ ਲੈ ਸਕਦੇ ਆ, ਰਾਈਟ। ਓਕੇ ਸੋ ਇਹਦਾ ਤੁਸੀਂ ਦੇਖੋ ਕਿ ਕਿੰਨੇ ਬਣ ਗਏ ਤੁਹਾਡੇ ਸਾਰੇ ਇਹ 3 3 6 2 8, ਠੀਕ ਹੈ। 8 ਨੂੰ 7 ਨਾਲ ਡਿਵਾਈਡ ਕੀਤਾ ਤਾਂ ਕਿੰਨਾ ਰਿਮਾਈਂਡਰ ਬਚਿਆ, ਰਿਮਾਈਂਡਰ ਬਚਿਆ 1, ਓਕੇ। ਸੋ ਇੱਕ ਰਿਮਾਈਂਡਰ ਇੱਕ ऑड डे ਇਹ ਬਣ ਗਿਆ ਸਾਡਾ, ਇੱਥੇ ਇੱਕ ऑड डे ਆ ਗਿਆ ਔਰ 6 ऑड डे ਇਹ ਆ ਗਏ, ਠੀਕ ਹੈ। ਸੋ 1 ਜਮਾ 6 ਬਰਾਬਰ 7, ਠੀਕ ਹੈ। 7/7 ਅਗੇਨ ਸਾਡੇ ਕੋਲ ਰਿਮਾਈਂਡਰ ਕਿੰਨਾ ਬਚਿਆ 0, ਠੀਕ ਹੈ। R 0 ਆ, ਸੋ ਇਹਦਾ ਮਤਲਬ ਕੀ ਹੋਇਆ ਕਿ R 0 ਆ। ਅੱਛਾ ਹੁਣ ਆਪਾਂ ਜਿਹੜੀ ਉੱਥੇ ਆਪਾਂ ਗੱਲ ਉੱਦਾਂ ਕਰਦੇ ਹੁੰਦੇ ਆ ਕਿ ਜਿਹੜਾ ਸਾਨੂੰ ਦਿਨ ਦਿੱਤਾ ਹੋਇਆ ਉਹਨੂੰ ਅਸੀਂ ਰੈਫਰੈਂਸ ਲੈ ਕੇ ਇੱਦਾਂ ਚੱਲਦੇ ਆ, ਠੀਕ ਹੈ। ਸੋ ਇੱਥੇ ਜਿਹੜਾ ਹੈਗਾ ਸਾਡਾ ਰੈਫਰੈਂਸ ਕੀ ਰਹਿੰਦਾ ਵਾ, ਸਾਡਾ ਰੈਫਰੈਂਸ ਰਹਿੰਦਾ ਵਾ 0 ਸੰਡੇ, 1 ਮੰਡੇ, 2 ਟਿਊਜ਼ਡੇ, 3 ਵੈਡਨਸਡੇ, 4 ਥਰਸਡੇ, ਓਕੇ ਸੋ ਔਨ, ਠੀਕ ਹੈ। ਸੋ ਇਹ ਜਿਹੜਾ ਹੈਗਾ ਵਾ ਇਹਨਾਂ ਕੁਐਸਚਨਾਂ ਦੇ ਲਈ ਅਸੀਂ ਸੰਡੇ ਤੋਂ ਸ਼ੁਰੂ ਕਰਨਾ ਵਾ, ਠੀਕ ਹੈ। ਸੋ ਇਹਦਾ ਮਤਲਬ ਰਿਮਾਈਂਡਰ 0 ਆ, ਸੋ 0 ਕਿਹਦਾ ਰਿਮਾਈਂਡਰ ਹੁੰਦਾ ਵਾ ਸੰਡੇ ਦਾ, ਸੋ ਆਨਸਰ ਇਜ਼ ਆਪਸ਼ਨ ਡੀ, ਠੀਕ ਹੈ। 28 ਮਈ 2016 ਨੂੰ ਜਿਹੜਾ ਹੈਗਾ ਵਾ ਉਹ ਸਾਡੇ ਕੋਲ ਸੰਡੇ ਸੀ, ਓਕੇ ਗॉट ਇਟ। ਇੱਕ ਵਾਰੀ ਫੇਰ ਦੱਸ ਦਿੰਦਾ ਵਾ, ਦੁਬਾਰਾ ਸੁਣ ਲਓ, ਠੀਕ ਹੈ। 2006 ਦੇ ਵਿੱਚ ਸਾਨੂੰ ਪੁੱਛਿਆ ਸੀ ਕਿ 28 ਮਈ 2006 ਨੂੰ ਕਿਹੜਾ ਦਿਨ ਆ। 2006 ਕਿਉਂਕਿ ਹਲੇ ਪੂਰਾ ਨਹੀਂ ਹੋਇਆ, ਅਸੀਂ ਪਹਿਲਾਂ 2005 ਦੇ ऑड डे 2005 ਸਾਲ ਤੱਕ ਦੇ ऑड डेज ਕੱਢ ਲੈਣੇ ਆ, ਠੀਕ ਆ, ਠੀਕ ਹੈ। ਸੋ 2005 ਨੂੰ ਆਪਾਂ ਇਦਾਂ ਤੋੜ ਲਿਆ ਕਿ 2000 ਸਾਲ ਆਹ ਔਰ 5 ਸਾਲ ਅਲੱਗ ਤੋਂ, ਠੀਕ ਹੈ। ਸੋ 2000 ਸਾਲ ਦੇ ऑड डे ਕਿੰਨੇ ਹੋ ਗਏ, 0 ऑड डे ਹੁੰਦੇ ਆ, ਠੀਕ ਹੈ। 5 ਸਾਲਾਂ ਦੇ ਵਿੱਚ 4 ਨਾਰਮਲ ਈਅਰ ਆ ਔਰ ਇੱਕ ਜਿਹੜਾ ਹੈਗਾ ਵਾ ਉਹ ਲੀਪ ਈਅਰ ਆ, ਠੀਕ ਹੈ। ਸੋ ਨਾਰਮਲ ਸਾਲ ਦੇ ਵਿੱਚ ਕਿਉਂਕਿ ਹਰੇਕ ਸਾਲ ਦੇ ਵਿੱਚ ਇੱਕ ऑड डे ਹੁੰਦਾ ਵਾ ਤਾਂ 4 ਸਾਲਾਂ ਦੇ ਵਿੱਚ ਕਿੰਨੇ ਹੋ ਗਏ, 4 ऑड डे ਹੋ ਗਏ, ਠੀਕ ਹੈ। ਐਂਡ ਲੀਪ ਈਅਰ ਦੇ ਵਿੱਚ ਸਾਡੇ ਕੋਲ 2 ऑड डे ਹੁੰਦੇ ਆ ਤਾਂ ਇੱਥੇ ਸਾਡੇ ਕੋਲ 2 ऑड डे ਆ ਗਏ। ਸੋ ਟੋਟਲ ਮਿਲਾ ਕੇ ਸਾਡੇ ਕੋਲ 6 ऑड डे ਜਿਹੜੇ ਹੈਗੇ ਆ 2005 ਤੱਕ ਆ ਗਏ, ਠੀਕ ਹੈ। ਫਿਰ 2006 ਦੇ ਵਿੱਚ ਜਿਹੜਾ ਸੀਗਾ ਬਚਿਆ ਹੋਗੇ 2006 ਦੇ 28 ਮਈ ਤੱਕ ਅਸੀਂ ਕੱਢਣਾ ਵਾ ਤਾਂ ਉਹ ਅਸੀਂ ਇਹਦੇ ਥਰੂ ਕੱਢਿਆ, ਠੀਕ ਹੈ। ਔਰ ਇੱਥੇ ਸਾਡੇ ਕੋਲ ਇੱਕ ऑड डे ਇੱਥੇ ਜੁੜ ਗਿਆ, ਉਹਨਾਂ ਦੋਨਾਂ ਨੂੰ ਪਲੱਸ ਕੀਤਾ 2006 ਦੇ ऑड डे ਨੂੰ ਤੇ 2005 ਤੱਕ ਦੇ ऑड डेज ਨੂੰ, ਤਾਂ ਸਾਡੇ ਕੋਲ ਆ ਗਿਆ ਟੋਟਲ ਜੁੜ ਕੇ 7 ਨੂੰ 7 ਨਾਲ ਤਕਸੀਮ ਕੀਤਾ ਤਾਂ ਸਾਡੇ ਕੋਲ 0 ऑड डे ਆ ਗਿਆ, ਠੀਕ ਹੈ। ਸਾਡੇ ਕੋਲ ਕੋਈ ਵੀ ऑड डे ਨਹੀਂ ਹੈਗਾ, ਰਾਈਟ। ਰਿਮਾਈਂਡਰ ਇਜ਼ 0, ਸੋ ਰਿਮਾਈਂਡਰ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਇਹ ਜੋ ਸਾਡਾ ਸਟੈਂਡਰਡ ਹੈ 0 ਤੋਂ ਸੰਡੇ ਲਿਖਣਾ ਵਾ, ਠੀਕ ਹੈ। ਜੋ ਇਹਦੇ ਵਿੱਚ ਆਪਾਂ 0 ਜਿਹੜਾ ਹੈਗਾ ਉਹ ਸੰਡੇ ਨੂੰ ਹੀ ਲਿਖਣਾ, ਠੀਕ ਹੈ। ਸੋ ਸਾਡਾ ਆਪਸ਼ਨ 0 ਸੀਗਾ, ਰਿਮਾਈਂਡਰ 0 ਸੀਗਾ, ਸੋ ਸਾਡਾ ਆਨਸਰ ਡੀ ਆ ਗਿਆ, ਓਕੇ। ਲੱਗੀ ਸਮਝ, ਉਮੀਦ ਹੈ ਤੁਹਾਨੂੰ ਸਮਝ ਲੱਗੀ ਹੋਊਗੀ। ਹੁਣ ਆਪਾਂ ਚੱਲਦੇ ਹਾਂ ਅਗਲੇ ਸਵਾਲ ਦੇ ਉੱਤੇ। ਵਾਟ ਵਾਜ਼ ਸੰਡੇ ਔਨ ਜਨਵਰੀ 2000, ਇਟ ਵਾਜ਼ ਸੰਡੇ ਔਨ ਜਨਵਰੀ 1 2006, ਠੀਕ ਹੈ। 2006 1 ਜਨਵਰੀ ਨੂੰ ਸੰਡੇ ਦਾ ਦਿਨ ਸੀਗਾ। ਵਾਟ ਵਾਜ਼ ਦ ਡੇ ਆਫ ਦ ਵੀਕ ਔਨ ਜਨਵਰੀ 2010, ਠੀਕ ਹੈ। ਸੋ ਐਗਜ਼ੈਕਟਲੀ 4 ਸਾਲਾਂ ਦੇ ਬਾਅਦ ਇਹ ਪੁੱਛ ਰਿਹਾ ਵਾ, ਠੀਕ ਹੈ। ਬਿਲਕੁਲ 4 ਸਾਲਾਂ ਦੇ ਗੈਪ ਦੇ ਬਾਅਦ ਇਹ ਪੁੱਛ ਰਿਹਾ ਵਾ, ਠੀਕ ਹੈ। ਸੋ ਉਹ ਅਸੀਂ ਦੱਸਣਾ ਵਾ 4 years, ਠੀਕ ਹੈ। ਕਿ ਇਹਦੇ ਵਿੱਚ ਹੁਣ ਆਪਾਂ ਪਹਿਲਾਂ ऑड डेज ਕਾਊਂਟ ਕੱਢਣੇ ਕਰਨੇ ਆ, ਰਾਈਟ। ਹੁਣ ਤੁਸੀਂ ਦੇਖ ਲਓ ਕਿ 2006 ਦੇ ਵਿੱਚ ਕਿੰਨੇ ऑड डे ਹੋ ਗਏ, 2006 ਦੇ ਵਿੱਚ ऑड डे ਕਿੰਨੇ ਹੋਣਗੇ ਕਿਉਂਕਿ ਇਹ ਨॉन ਲੀਪ ਈਅਰ ਆ ਤਾਂ ਨॉन ਲੀਪ ਈਅਰ ਦੇ ਵਿੱਚ ਇੱਕ ऑड डे ਹੁੰਦਾ ਵਾ। 2007 ਜਿਹੜਾ ਉਹ ਵੀ ਨॉन ਲੀਪ ਈਅਰ ਆ, ਇਹਦੇ ਵਿੱਚ ਇੱਕ ਹੁੰਦਾ ਵਾ। 2008 ਲੀਪ ਈਅਰ ਆ, ਇਹਦੇ ਵਿੱਚ 2 ऑड डे ਹੋ ਗਏ। ਔਰ 2009
ਰਾਈਟ। 2009 ਦੇ ਵਿੱਚ ਸਾਡਾ ਨਾਰਮਲ ਈਅਰ ਦਾ 1 ਹੋ ਗਿਆ, ਠੀਕ ਹੈ। 2010 ਦੇ ਉੱਤੇ ਸਾਨੂੰ ਜਾਣ ਦੀ ਲੋੜ ਹੈਗੀ ਆ, ਰਾਈਟ। ਸਾਡੇ ਕੋਲ 2010 ਤੇ ਜਾਣ ਦੀ ਲੋੜ ਨਹੀਂ ਹੈਗੀ, ਓਕੇ, ਕਿਉਂਕਿ 2010 ਦੀ 1 ਤਰੀਕ ਹੈਗੀ ਆ ਔਰ ਬਿਲਕੁਲ ਸਟਾਰਟਿੰਗ ਆ ਸਾਲ ਦਾ। ਸੋ ਅਸੀਂ 2010 ਤੇ ਨਹੀਂ ਜਾਣਾ, ਅਸੀਂ ਇਹੀ ਜਿਹੜੇ ਹੈਗੇ ਆ ਉਹ ਕੱਢ ਕੇ ਦੇਖਿਆ ਤਾਂ ਸਾਡੇ ਕੋਲ ਟੋਟਲ ਕਿੰਨੇ ਹੋ ਗਏ 5, ਠੀਕ ਹੈ। ਸੋ 5 ਆ, ਠੀਕ ਹੈ। ਸੋ 5 ਹੈ ਔਰ ਅਗਰ ਅਸੀਂ ਦੇਖੀਏ ਕਿ ਟੋਟਲ ਇਹਨਾਂ 4 ਸਾਲਾਂ ਦੇ ਵਿੱਚ ਸਾਡੇ ਕੋਲ 5 ਔਡ ਡੇਜ਼ ਹੈਗੇ ਆ, ਰਾਈਟ। ਤਾਂ ਫਿਰ ਸਾਡਾ ਕੀ ਬਣ ਗਿਆ, ਸੰਡੇ ਤੋਂ ਬਾਅਦ ਅੱਗੇ 5 ਹੋਰ ਕਾਊਂਟ ਕਰ ਲਓ, ਠੀਕ ਹੈ। ਸੰਡੇ ਤੋਂ ਬਾਅਦ ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ ਐਂਡ ਫਰਾਈਡੇ, ਠੀਕ ਹੈ। ਸੋ ਸਾਡਾ ਆਂਸਰ ਕੀ ਆ ਗਿਆ, ਆਪਸ਼ਨ ਸੀ ਫਰਾਈਡੇ ਆ ਗਿਆ, ਰਾਈਟ। ਓਕੇ, ਹੁਣ ਅਗਲਾ ਕੁਐਸਚਨ ਦੇਖੋ, on what dates of April 2001 did Wednesday fall, ਠੀਕ ਹੈ। ਅਪ੍ਰੈਲ 2001 ਦੇ ਵਿੱਚ ਕਿਹੜੀਆਂ ਡੇਟਾਂ ਨੂੰ ਜਿਹੜਾ ਹੈਗਾ ਵਾ ਉਹ ਵੈਡਨਸਡੇ ਦਾ ਦਿਨ ਆਉਂਦਾ ਵਾ, ਠੀਕ ਹੈ। ਸੋ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਵਾ, ਉਹੀ ਪੁਰਾਣਾ ਕੰਮ, ਅਪ੍ਰੈਲ 2001 ਦਿੱਤਾ ਹੋਇਆ ਵਾ, ਠੀਕ ਹੈ। ਮਤਲਬ 2001 ਹਲੇ ਚੱਲ ਰਿਹਾ ਵਾ, ਕੰਪਲੀਟ ਨਹੀਂ ਹੋਇਆ। ਸੋ ਆਪਾਂ ਜਿੰਨੇ ਸਾਲ ਕੰਪਲੀਟ ਹੋ ਗਏ ਪਹਿਲਾਂ ਉਹਦੇ ਕਾਊਂਟ ਕਰ ਲਈਏ ਔਡ ਡੇਜ਼। ਸੋ 2000 ਸਾਲ ਕੰਪਲੀਟ ਹੋ ਗਏ। ਸੋ 2000 ਸਾਲ ਦੇ ਮਤਲਬ ਇਹਦਾ ਤਾਂ ਸਿੱਧਾ ਹੋ ਗਿਆ ਕਿ ਇਹਦਾ 0 ਔਡ ਡੇ ਹੁੰਦੇ ਆ 2000 ਸਾਲ ਦੇ ਵਿੱਚ, ਆਪਾਂ ਆਲਰੇਡੀ ਦੇਖ ਚੁੱਕੇ ਹਾਂ। ਸੋ ਇਹਦਾ ਮਤਲਬ ਆਪਾਂ ਨੂੰ ਜਿਹੜਾ ਹੈਗਾ ਵਾ 2001 ਦੇ ਵਿੱਚ ਜਿਹੜੇ ਔਡ ਡੇਜ਼ ਆ ਉਹੀ ਕਾਊਂਟ ਕਰਨ ਦੀ ਜ਼ਰੂਰਤ ਹੈ। ਸੋ ਜਨਵਰੀ, ਫੈਬਰਰੀ, ਮਾਰਚ ਔਰ ਅਪ੍ਰੈਲ, ਠੀਕ ਹੈ। ਅਪ੍ਰੈਲ ਵੀ ਨਹੀਂ ਕਰਾਂਗੇ ਕਿਉਂਕਿ ਅਪ੍ਰੈਲ ਦੀ ਆਪਾਂ ਗੱਲ ਕਰਦੇ ਪਏ ਹਾਂ। ਸੋ ਪਹਿਲਾਂ ਇਹਦੇ ਕਾਊਂਟ ਕਰ ਲਈਏ, ਡੇਜ਼ ਕਾਊਂਟ, ਠੀਕ ਹੈ। ਸੋ ਸਾਡੇ ਕੋਲ ਆ ਗਿਆ ਜਨਵਰੀ ਦੇ 3 ਦਿਨ ਹੁੰਦੇ ਆ, ਠੀਕ ਹੈ। ਫੈਬ ਜਿਹੜਾ ਹੈਗਾ ਵਾ ਉਹ 28 ਦਿਨਾਂ ਦਾ ਹੋਏਗਾ, ਸੋ 0 ਔਡ ਡੇਜ਼। ਮਾਰਚ ਦੇ ਵਿੱਚ ਅਗੇਨ 3 ਦਿਨ, ਸੋ 6 ਸਾਡੇ ਕੋਲ ਕਿੰਨਾ ਆ ਗਿਆ, ਇਹ ਔਡ ਡੇਜ਼ ਟੋਟਲ 6 ਆ ਗਏ, ਠੀਕ ਹੈ। ਸੋ 6 ਆ ਗਏ ਔਰ ਆਪਣਾ ਜੋ ਸਟੈਂਡਰਡ ਸੀਗਾ, ਦੇਖੋ ਇੱਥੇ ਆਪਾਂ ਨੂੰ ਕੋਈ ਰੈਫਰੈਂਸ ਡੇਟ ਨਹੀਂ ਦਿੱਤੀ। ਜਦੋਂ ਰੈਫਰੈਂਸ ਡੇਟ ਨਾ ਦਿੱਤੀ ਹੋਵੇ ਫਿਰ ਆਪਾਂ ਕਿਸ ਤਰੀਕੇ ਨਾਲ ਕਰਨਾ ਵਾ, 0 ਸੰਡੇ, ਠੀਕ ਹੈ। 1 2 3 4 5 6, ਠੀਕ ਹੈ। 6 ਮਤਲਬ ਸੈਟਰਡੇ ਆ ਗਿਆ ਇੱਥੇ, ਰਾਈਟ। ਸੋ ਇਹਦਾ ਮਤਲਬ ਜਿਹੜਾ ਸਾਡੇ ਕੋਲ 31 ਮਾਰਚ ਜਿਹੜਾ ਹੈਗਾ, ਕਿਉਂਕਿ ਹਲੇ ਆਪਾਂ ਮਾਰਚ ਤੱਕ ਦਾ ਕੀਤਾ ਨਾ, ਸੋ ਆਪਣੇ ਕੋਲ 31 ਮਾਰਚ ਨੂੰ ਜਿਹੜੀ ਕਿਹੜੀ ਤਰੀਕ ਕਿਹੜਾ ਦਿਨ ਆਉਂਦਾ ਪਿਆ ਵਾ, ਸਾਡੇ ਕੋਲ ਸੈਟਰਡੇ ਆਉਂਦਾ ਪਿਆ ਵਾ, ਠੀਕ ਹੈ। 31 ਮਾਰਚ ਕੋ ਸਾਡੇ ਕੋਲ ਸੈਟਰਡੇ ਆਉਂਦਾ ਪਿਆ ਵਾ। ਇਹਦਾ ਮਤਲਬ ਸੈਟਰਡੇ ਤੋਂ ਬਾਅਦ ਸੰਡੇ, ਮੰਡੇ ਔਰ ਟਿਊਜ਼ਡੇ ਔਰ ਵੈਡਨਸਡੇ ਇਸੇ ਤਰੀਕੇ ਨਾਲ ਆਊਗਾ। 31 ਆ ਤਾਂ 1 ਅਪ੍ਰੈਲ, ਠੀਕ ਹੈ, 2 ਅਪ੍ਰੈਲ, 3 ਅਪ੍ਰੈਲ, 4 ਅਪ੍ਰੈਲ, ਓਕੇ। ਮਤਲਬ 4 ਅਪ੍ਰੈਲ ਨੂੰ ਸਾਡੇ ਕੋਲ ਵੈਡਨਸਡੇ ਆਊਗਾ, 4 ਅਪ੍ਰੈਲ 2001 ਨੂੰ ਸਾਡੇ ਕੋਲ ਵੈਡਨਸਡੇ ਦਾ ਦਿਨ ਆਊਗਾ, ਰਾਈਟ। ਸੋ ਇਹਨਾਂ ਆਪਸ਼ਨ ਦੇ ਵਿੱਚੋਂ ਦੇਖੋਗੇ ਕਿਹੜੀ ਡੇਟ ਦਿੱਤੀ ਹੋਈ ਆ, ਡੀ, ਠੀਕ ਹੈ। 4 ਆ, ਸੋ ਸਾਨੂੰ ਪਹਿਲੀ ਡੇਟ ਤੋਂ ਹੀ ਪਤਾ ਲੱਗ ਜਾਂਦਾ ਵਾ ਕਿ 4 ਹੈਗਾ ਵਾ। ਸੋ 4 ਤੋਂ ਬਾਅਦ 11 18 ਔਰ 25, ਠੀਕ ਹੈ। 4 ਜਮਾ 7 ਕਿੰਨੇ ਹੋ ਗਏ, 11, ਠੀਕ ਹੈ। ਸੋ ਦਿਸ ਇਜ਼ ਓਕੇ ਐਂਡ 11 ਜਮਾ 7 ਕਿੰਨੇ ਹੋ ਗਏ, 18, ਓਕੇ ਐਂਡ 18 ਜਮਾ 7 ਕਿੰਨੇ ਹੋ ਗਏ, 25, ਠੀਕ ਹੈ। ਸੋ ਇਹਦਾ ਮਤਲਬ ਸਾਰੀਆਂ ਡੇਟਸ ਸਹੀ ਹੈਗੀਆਂ ਨੇ, ਠੀਕ ਹੈ। ਸੋ ਸਾਨੂੰ ਅਸੀਂ ਪਹਿਲਾ ਵੈਡਨਸਡੇ ਫਾਈਂਡ ਆਊਟ ਕਰ ਲਿਆ ਕਿ ਕਿਸ ਤਰੀਕੇ ਨਾਲ ਪਹਿਲਾ ਵੈਡਨਸਡੇ ਅਸੀਂ ਕੱਢਿਆ, ਓਕੇ। ਸੋ ਇਸ ਤਰੀਕੇ ਨਾਲ ਤੁਸੀਂ ਇਹ ਵੀ ਸਵਾਲ ਕਰ ਸਕਦੇ ਹੋ। ਦੇਖੋ ਸੇਮ ਹੀ ਕੰਸੈਪਟ ਲੱਗਾ ਵਾ, ਬਸ ਥੋੜਾ ਦਿਮਾਗ ਇਹ ਲੱਗਾ ਵਾ ਕਿ ਅਸੀਂ ਜਿਹੜਾ ਹੈਗਾ ਵਾ 31 ਮਾਰਚ ਨੂੰ ਜਿਹੜਾ ਹੈਗਾ ਪਹਿਲਾਂ ਦਿਨ ਲੱਭਿਆ ਵੀ 31 ਮਾਰਚ ਨੂੰ ਲੱਭ ਲਈਏ, ਉਸ ਤੋਂ ਅੱਗੇ ਅਸੀਂ ਕਾਊਂਟ ਕਰਕੇ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ, ਰਾਈਟ। 31 ਮਾਰਚ ਤੱਕ ਅਸੀਂ ਜਿਹੜਾ ਹੈਗਾ ਦਿਨ ਫਾਈਂਡ ਆਊਟ ਕਰਨ ਦੇ ਲਈ ਅਸੀਂ ਸਿਰਫ ਮਾਰਚ ਤੱਕ ਹੀ ਜਿਹੜੇ ਔਡ ਡੇਜ਼ ਹੈਗੇ ਉਹ ਕੱਢੇ ਆ, ਓਕੇ। ਅਗਲਾ ਕੁਐਸਚਨ ਹੁਣ ਦੇਖਦੇ ਹਾਂ, ਹਾਊ ਮੈਨੀ ਡੇਜ਼ ਆਰ ਦੇਅਰ ਇਨ ਐਕਸ ਵੀਕਸ ਐਕਸ ਡੇਜ਼, ਠੀਕ ਹੈ। ਕਿੰਨੇ ਦਿਨ ਆ, ਹੁਣ ਦੇਖੋ ਐਕਸ ਵੀਕ ਆ ਤਾਂ ਮਤਲਬ ਕਿੰਨੇ, ਇਹਦੇ ਵਿੱਚ ਕਿੰਨੇ ਡੇਜ਼ ਹੋ ਜਾਣਗੇ, ਇੱਕ ਡੇ ਦੇ ਵਿੱਚ ਇੱਕ ਵੀਕ ਦੇ ਵਿੱਚ 7 ਡੇਜ਼ ਹੁੰਦੇ ਆ ਤਾਂ ਇਹਦਾ ਮਤਲਬ 7x ਡੇਜ਼, ਓਕੇ, ਪਲੱਸ ਐਕਸ ਡੇਜ਼ ਹੋਰ ਹੈਗੇ ਆ। ਸੋ ਟੋਟਲ ਕਿੰਨੇ ਬਣ ਗਏ, 7x ਪਲੱਸ x ਇਜ਼ ਇਕੁਅਲ ਟੂ 8x, ਠੀਕ ਹੈ। ਸੋ ਟੋਟਲ ਆਂਸਰ ਸਾਡਾ ਆ ਗਿਆ 8x ਡੇਜ਼, ਰਾਈਟ। ਨਾਓ ਅਗਲਾ ਕੁਐਸਚਨ ਦੇਖੋ, ਦ ਲਾਸਟ ਡੇ ਆਫ ਅ ਸੈਂਚੁਰੀ ਕੈਨ ਨਾਟ ਬੀ, ਰਾਈਟ। ਲਾਸਟ ਡੇ ਜਿਹੜੀ ਹੈਗੀ ਹੈ ਸੈਂਚੁਰੀ ਦੀ, ਉਹ ਕਿਹੜਾ ਦਿਨ ਨਹੀਂ ਹੋ ਸਕਦਾ,
ठीक है। हुण आपां सेंचुरी वाले देखे सीगे, ठीक है, कि जिहड़े 100 100 सालां दे बाद किन्ने ऑड डेज आउंदे आ 5। ओके 200 साल दे बाद किन्ने ऑड डे आउंदे आ 3। 300 साल दे बाद किन्ने ऑड डे आउंदे आ 1 एंड 400 साल दे बाद तां 0 ऑड डे। ठीक है। सो अपना जो स्टैंडर्ड सीगा राइट, व्हाट इज स्टैंडर्ड 0 मतलब संडे, 1 मंडे, ट्यूसडे, वेडनेसडे, थर्सडे, फ्राइडे एंड सैटरडे। एक से 1 2 3 4 5 6। ओके सो मतलब 100 साल बाद किहड़ा दिन पऊगा 100 साल के बाद साडे को किहड़ा दिन पऊगा साडे को पऊगा फ्राइडे। ओके सो फ्राइडे आंसर नहीं हो सकता। ठीक है 200 साल बाद साडे को किहड़ा आंसर किहड़ा पऊगा दिन। सो 200 साल बाद साडा रिमाइंडर कितना आंदा ऑड डेज आउंदे 3। सो यह 3 ते आ जांदा वेडनेसडे, इसदा मतलब वेडनेसडे आंसर नहीं होगा। ओके सो 300 साल बाद सानू किहड़ा आ जांदा वा एक क्या रिमाइंडर मतलब मंडे राइट, मंडे आ सो मंडे भी आंसर नहीं हैगा। ठीक है 400 साल बाद कितना साडे को 0 0 मतलब संडे। ठीक है और 0 ਹੁਣ ਅੱਛਾ ਜਦੋਂ ਤੁਸੀਂ 500 ਚੱਲੋਗੇ ਠੀਕ ਹੈ 400 ਸਾਲ ਤੋਂ ਬਾਅਦ 500 ਚੱਲੋਗੇ ਤਾਂ ਇਹ ਦੁਬਾਰਾ ਫਿਰ ਇਹੀ ਕੰਮ ਸ਼ੁਰੂ ਹੋ ਜਾਣਾ ਵਾ। ਠੀਕ ਹੈ ਕਿ ਸਾਡੇ ਕੋਲ ਇਹਦੇ ਵਿੱਚ ਔਡ ਡੇਜ਼ ਕਿਉਂਕਿ 400 ਸਾਲ ਦੇ ਵਿੱਚ ਸਾਡੇ ਕੋਲ ਜਿਹੜੇ ਔਡ ਡੇਜ਼ 0 ਆ ਸੋ 500 ਸਾਲ ਦੇ ਵਿੱਚ ਸਾਡੇ ਕੋਲ ਕਿੰਨੇ ਹੋਊਗੇ 0 + 5। 400 ਨੂੰ ਇਦਾਂ ਲਿਖਾਂਗੇ ਅਸੀਂ 500 ਨੂੰ ਇਦਾਂ ਲਿਖਾਂਗੇ 400 + 100। ਸੋ 400 ਦੇ ਵਿੱਚ 0 ਆ ਔਰ 100 ਦੇ ਵਿੱਚ 5 ਆ ਤਾਂ ਅਗੇਨ 500 ਦੇ ਵਿੱਚ ਵੀ ਸਾਡੇ ਕੋਲ 5 ਆ ਜਾਣੇ ਆ ਰਾइट। ਸੋ ਇਹਦਾ ਮਤਲਬ ਇਹ ਹੋਇਆ ਕਿ ਇਹੀ ਪੈਟਰਨ ਜਿਹੜਾ ਵਾ ਅਗਲੇ ਫਿਰ 400 ਸਾਲਾਂ ਤੱਕ ਇਹੀ ਪੈਟਰਨ ਜਿਹੜਾ ਹੈਗਾ ਰਿਪੀਟ ਹੋਣਾ ਵਾ। ਸੋ ਸਾਡੇ ਕੋਲ ਜਿਹੜਾ ਸੈਂਚੁਰੀ ਦਾ ਐਂਡ ਲਾਸਟ ਡੇ ਹੈਗਾ ਵਾ ਠੀਕ ਹੈ ਉਹ ਸਾਡਾ ਟਿਊਜ਼ਡੇ ਨਹੀਂ ਹੋ ਸਕਦਾ। ਠੀਕ ਹੈ ਥਰਸਡੇ ਨਹੀਂ ਹੋ ਸਕਦਾ ਐਂਡ ਸੈਟਰਡੇ ਨਹੀਂ ਹੋ ਸਕਦਾ। ਓਕੇ ਐਂਡ ਗਿਵਨ ਆਪਸ਼ਨਸ ਦੇ ਵਿੱਚੋਂ ਸਾਡਾ ਜਿਹੜਾ ਹੈ ਇੱਥੇ ਸਾਡੇ ਕੋਲ ਟਿਊਜ਼ਡੇ ਹੈ। ठीक है बट ट्यूजडे ਦੇ ਵਿੱਚ ਆਪਾਂ ਥਰਸਡੇ ਵੀ ਲਗਾ ਸਕਦੇ ਹਾਂ ਕਿ ਥਰਸਡੇ ਵੀ ਨਹੀਂ ਹੋਏਗਾ ਔਰ ਸੈਟਰਡੇ ਵੀ ਨਹੀਂ ਹੋ ਸਕਦਾ। ਕਿਸੇ ਵੀ ਸੈਂਚੂਰੀਅਨ ਈਅਰ ਦਾ ਲਾਸਟ ਦਿਨ ਜਿਹੜਾ ਹੈਗਾ ਵਾ 31 ਦਸੰਬਰ ਠੀਕ ਹੈ 2000 31 ਦਸੰਬਰ 1900 31 ਦਸੰਬਰ 1800 31 ਦਸੰਬਰ 1700 ਇਹ ਕੋਈ ਵੀ ਜਿਹੜਾ ਦਿਨ ਹੈਗਾ ਵਾ ਇਹ ਨਾ ਟਿਊਜ਼ਡੇ ਹੋ ਸਕਦਾ ਵਾ ਨਾ ਥਰਸਡੇ ਹੋ ਸਕਦਾ ਵਾ ਤੇ ਨਾ ਸੈਟਰਡੇ ਹੋ ਸਕਦਾ ਹੈ। ਓਕੇ 66th March 2005 is a Monday. What was the day of week on 6th March 2004? ਠੀਕ ਹੈ 2005 ਦੇ ਵਿੱਚ ਦਿਨ ਇਹ ਦਿੱਤਾ ਗਿਆ ਵਾ ਔਰ ਇੱਕ ਪੂਰੇ 1 ਸਾਲ ਪਹਿਲਾਂ ਦਾ ਪੁੱਛ ਰਹੇ ਆ ਕਿ 2004 ਦੇ ਵਿੱਚ ਸੇਮ ਡੇਟ ਦੇ ਉੱਤੇ ਕੀ ਦਿਨ ਸੀਗਾ ਰਾਈਟ। ਸੋ ਇਹਦੇ ਵਿੱਚ ਮਤਲਬ ਪੂਰੇ 1 ਸਾਲ ਦੀ ਗੱਲ ਹੋ ਰਹੀ ਆ ਔਰ ਆਪਾਂ ਜਾਣਦੇ ਹਾਂ ਕਿ 1 ਸਾਲ ਦੇ ਵਿੱਚ ਕਿੰਨੇ ਔਡ ਡੇਜ਼ ਹੁੰਦੇ ਆ। ਠੀਕ ਹੈ ਸੋ 1 ਸਾਲ ਦੇ ਵਿੱਚ ਦੇਖੋ ਸਾਲ ਵੀ 2 ਤਰ੍ਹਾਂ ਦੇ ਹੁੰਦੇ ਆ ਰਾਈਟ। ਇੱਕ ਹੁੰਦਾ ਵਾ ਲੀਪ ਈਅਰ ਠੀਕ ਹੈ ਔਰ ਇੱਕ ਹੁੰਦਾ ਨਾਨ ਲੀਪ ਈਅਰ ਮਤਲਬ ਇੱਕ 365 ਸਾਲ ਦਾ ਵਾ ਜਿਹੜਾ ਨਾਰਮਲ ਈਅਰ ਆ ਉਹ 365 ਦਿਨਾਂ ਦਾ ਵਾ। ਓਕੇ ਜਿਹੜਾ ਲੀਪ ਈਅਰ ਆ ਉਹ 366 ਦਿਨਾਂ ਦਾ ਵਾ। ਓਕੇ 365 ਵਾਲੇ ਦੇ ਵਿੱਚ ਕਿੰਨੇ ਔਡ ਡੇਜ਼ ਹੁੰਦੇ ਆ 1 OD ਰਾਈਟ ਐਂਡ 366 ਵਾਲੇ ਵਿੱਚ ਕਿੰਨੇ ਦਿਨ ਹੁੰਦੇ ਆ 2 ਰਾਈਟ। ਹੁਣ ਆਪਾਂ ਇਹ ਦੇਖੋ ਕਿ ਆਪਣਾ ਇਹ ਲੀਪ ਈਅਰ ਆਪਾਂ ਇਹਨੂੰ ਕਾਊਂਟ ਕਰਾਂਗੇ ਕਿ ਨਾਨ ਲੀਪ ਈਅਰ ਕਰਾਂਗੇ ਕਿਉਂਕਿ ਇੱਕ ਤਾਂ ਇਹ ਪੂਰਾ 1 ਸਾਲ ਨਹੀਂ ਦਿੱਤਾ ਗਿਆ ਹੋਇਆ ਹੈ ਨਾ ਇੱਥੇ ਇਕੱਲਾ 2004 ਨਹੀਂ ਦਿੱਤਾ ਗਿਆ ਤੇ 2004 ਔਰ 2005 ਦਾ ਇੱਕ ਪੂਰਾ ਸਾਲ ਦਾ ਇੰਟਰਵਲ ਦਿੱਤਾ ਗਿਆ ਵਾ ਰਾਈਟ। ਹੁਣ ਤੁਸੀਂ ਦੇਖੋ ਕਿ 2004 ਵੈਸੇ ਤਾਂ ਲੀਪ ਈਅਰ ਬਣਦਾ ਵਾ ਓਕੇ ਪਰ ਤੁਸੀਂ ਇਹ ਦੇਖੋ ਕਿ 2004 ਦੇ ਵਿੱਚ ਜਿਹੜਾ ਲੀਪ ਈਅਰ ਮਤਲਬ ਜਿਹੜਾ ਐਕਸਟਰਾ ਡੇ ਹੁੰਦਾ ਵਾ ਉਹ ਕਦੋਂ ਹੋਊਗਾ ਉਹ 28 ਫਰਵਰੀ ਜਾਂ ਉਹ 29 ਫਰਵਰੀ ਨੂੰ ਹੋਊਗਾ ਹਨਾ। ਐਕਸਟਰਾ ਈਅਰ ਜਿਹੜਾ ਇਹ 'ਚ ਡੇ ਹੋਣਾ ਸੀਗਾ ਉਹ 29 ਫਰਵਰੀ ਨੂੰ ਹੋਣਾ ਵਾ ਪਰ ਇਹ ਜਿਹੜਾ ਪੀਰੀਅਡ ਹੈ ਸ਼ੁਰੂ 6 ਮਾਰਚ ਤੋਂ ਹੁੰਦਾ ਪਿਆ ਵਾ। ਇਹਦਾ ਮਤਲਬ ਜਿਹੜਾ ਉਹ ਐਕਸਟਰਾ ਦਿਨ ਸੀਗਾ ਉਹ ਆਲਰੇਡੀ ਇਸ ਪੀਰੀਅਡ ਦੇ ਅੰਦਰੋਂ ਸਕਿਪ ਆ। ਸੋ ਇਹ ਸਾਡਾ ਨਾਰਮਲ ਈਅਰ ਵਾਲਾ ਕੇਸ ਬਣਦਾ ਵਾ ਠੀਕ ਹੈ। ਸੋ ਨਾਰਮਲ ਈਅਰ ਕਰਕੇ ਸਾਡੇ ਕੋਲ ਕਿੰਨਾ ਆਂਦਾ ਪਿਆ ਹੁਣ ਇਹ OD ਮਤਲਬ ਔਡ ਡੇਜ਼ 1 ਆਉਂਦੇ ਪਏ ਆ ਠੀਕ ਹੈ। ਮਤਲਬ ਜਿੰਨਾ 2004 ਦੇ ਵਿੱਚ ਜੋ ਵੀ ਦਿਨ ਹੋਊਗਾ ਉਹ ਤੋਂ ਪਲੱਸ ਇੱਕ ਜਿਹੜਾ ਅੱਗੇ ਜਾ ਕੇ ਦਿਨ ਜਿਹੜਾ ਹੈਗਾ ਵਾ ਉਹ ਜਿਹੜਾ 2005 ਨੂੰ ਹੋਊਗਾ। ਹੁਣ ਇੱਥੇ ਕਿਉਂਕਿ ਸਾਡੇ ਕੋਲ ਇੱਕ ਤਾਂ ਕੀ ਹੈ ਕਿ ਗੱਲ ਇੱਥੇ ਸਾਡੇ ਕੋਲ ਪੁੱਠੀ ਦਿੱਤੀ ਹੈ ਸਾਨੂੰ 2005 ਵਾਲਾ ਦਿੱਤਾ ਹੋਇਆ ਤਾਂ 2004 ਵਾਲਾ ਅਸੀਂ ਕੱਢਣਾ ਵਾ ਮਤਲਬ ਅਸੀਂ 1 ਸਾਲ ਪਿੱਛੇ ਦੀ ਗੱਲ ਕਰਨੀ ਆ। ਸੋ ਇੱਥੇ ਜਿਹੜਾ ਸੀਗਾ ਸਾਨੂੰ ਇਹ ਮਤਲਬ 1 ਦਿਨ ਪਿੱਛੇ ਜਾਣਾ ਪੈਣਾ ਵਾ ਰਾਈਟ। ਸੋ ਜੇ ਆਪਾਂ ਮੰਡੇ ਨੂੰ ਇਦਾਂ ਜਿੱਦਾਂ ਆਪਾਂ ਰੈਫਰੈਂਸ ਈਅਰ ਨੂੰ ਆਪਾਂ ਦੇਖੋ ਮੰਡੇ ਲਾਉਂਦੇ ਆ ਹਨਾ 0 ਮੰਡੇ ਠੀਕ ਹੈ 1 ਦੇ ਉੱਤੇ ਆਪਾਂ ਸੰਡੇ ਜਾਂਦੇ ਆ ਠੀਕ ਹੈ। ਪਰ ਇੱਥੇ ਜਿਹੜਾ ਹੈਗਾ ਸਾਡੇ ਕੋਲ ਇੱਕ ਪਿੱਛੇ ਦੀ ਗੱਲ ਪੁੱਛੀ ਗਈ ਆ
ठीक है। सो सानू एक दिन पिछां जाना पैना वा, राइट। सो इत्थे साडे को आ जाना वा संडे दे उत्ते आ जाना वा, ओके, साडे को संडे आ जाना वा। सो आंसर साडा आ जाएगा आंसर ए कि 2004 ਦੇ ਵਿੱਚ ਇਹ ਸੰਡੇ ਆਪਸ਼ਨ ਵਿਲ ਬੀ ਦਾ ਰਾਈਟ। ਓਕੇ, ਸੋ ਸੇਮ ਇੱਕ ਇਦਾਂ ਦਾ ਹੀ ਹੋਰ ਕੁਐਸਚਨ ਬਟ ਥੋੜਾ ਜਿਹਾ ਉਹਦੇ ਵਿੱਚ ਅਲੱਗ ਆ, ਉਹ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਣਾ ਵਾ। ਹਾਂਜੀ, ਆਹ ਕੁਐਸਚਨ ਦੇਖੋ। ਨਾਓ ਅਗੇਨ 8th Feb 2005 2004, ਠੀਕ ਹੈ, ਸਿਮਿਲਰ ਟਾਈਪ ਦਾ ਕੁਐਸਚਨ ਹੈ। ਇੱਥੇ ਕਹਿ ਰਿਹਾ ਕਿ 8 ਫਰਵਰੀ 2005 ਨੂੰ ਟਿਊਜ਼ਡੇ ਸੀਗਾ, ਠੀਕ ਹੈ। ਸੋ 8 ਫਰਵਰੀ 2004 ਨੂੰ ਕਿਹੜਾ ਦਿਨ ਸੀਗਾ। ਓਕੇ, ਅਗੇਨ 2004 ਜਿਹੜਾ ਉਹ ਲੀਪ ਈਅਰ ਆ ਔਰ ਜਿਹੜਾ ਹੈਗਾ 2005 ਜਿਹੜਾ ਹੈਗਾ ਉਹ ਨਾਰਮਲ ਈਅਰ ਆ, ਰਾਈਟ। ਪਰ ਹੁਣ ਇੱਥੇ ਦੇਖੋ ਕਿ ਇੱਥੇ 8 ਫਰਵਰੀ ਤੋਂ ਗੱਲ ਸ਼ੁਰੂ ਹੋਈ ਆ। ਸੋ ਜਿਹੜੀ ਸਾਡੀ ਲੀਪ ਈਅਰ ਦੇ ਵਿੱਚ ਜਿਹੜੀ 29 ਫੈਬਰਰੀ ਜਿਹੜੀ ਆਉਂਦੀ ਐਕਸਟਰਾ, ਉਹ ਇਸ ਪੀਰੀਅਡ ਦੇ ਅੰਦਰ ਇੰਕਲੂਡਡ ਹੈ। ਸੋ ਇਹ ਆਪਣਾ ਕੇਸ ਕਿਹੜਾ ਹੋ ਗਿਆ, 366 ਦਿਨਾਂ ਵਾਲਾ ਇਹ ਕੇਸ ਹੋ ਗਿਆ, ਠੀਕ ਹੈ। ਸੋ 366 ਦਿਨਾਂ ਵਾਲਾ ਜੇ ਕੇਸ ਹੋਇਆ ਵਾ ਤਾਂ ਕਿੰਨਾ ਬਣ ਜਾਣਾ ਸਾਡੇ ਕੋਲ, ਔਡ ਡੇਜ਼ ਕਿੰਨੇ ਆ ਜਾਣੇ ਆ, ਓਡੀ ਸਾਡੇ ਬਣ ਜਾਣੇ ਆ 2, ਠੀਕ ਹੈ। 2 ਔਡ ਡੇਜ਼ ਬਣ ਜਾਂਦੇ ਆ। ਇਹਦਾ ਮਤਲਬ ਸਾਨੂੰ ਹੁਣ ਅਗਰ ਅਸੀਂ 2004 ਦਾ ਕੱਢਣਾ ਤਾਂ ਸਾਨੂੰ 2 ਦਿਨ ਪਿੱਛੇ ਜਾਣਾ ਪੈਣਾ ਵਾ। ਸੋ ਟਿਊਜ਼ਡੇ ਤੋਂ 2 ਦਿਨ ਪਿੱਛੇ ਜਾਓਗੇ ਤਾਂ ਕਿੰਨਾ ਆ ਜਾਣਾ ਵਾ, ਮੰਡੇ ਔਰ ਸੰਡੇ, ਠੀਕ ਹੈ। ਸੋ ਇਸ ਤਰੀਕੇ ਨਾਲ ਸਾਡਾ ਆਨਸਰ ਇਹਦੇ ਵਿੱਚੋਂ ਆ ਜਾਣਾ ਆਪਸ਼ਨ ਸੀ ਸੰਡੇ। ਹਾਂਜੀ, ਅੱਗੇ ਦੇਖੋ, ਅੱਗੇ ਹੁਣ ਆਪਣੇ ਕੋਲ ਕੁਐਸਚਨ ਹੈ ਦਾ ਕੈਲੰਡਰ ਫॉर ईयर 2007 ਵਿਲ ਬੀ ਦ ਸੇਮ ਫॉर द ईयर 2014 2016 2017 2018। ਮਤਲਬ ਜੋ ਕੈਲੰਡਰ ਜਿਹੜਾ ਹੈਗਾ ਵਾ 2007 ਦਾ ਵਾ ਉਹੀ ਸੇਮ ਕੈਲੰਡਰ ਅੱਗੇ ਕਿਹੜੇ ਸਾਲ ਦਾ ਹੋਊਗਾ, ਇਹ ਪੁੱਛਿਆ ਗਿਆ ਵਾ। ਦੇਖੋ ਕੈਲੰਡਰ ਸੇਮ ਹੋਣ ਦਾ ਮਤਲਬ ਇਹ ਹੈਗਾ ਵਾ ਕਿ ਕੈਲੰਡਰ ਸੇਮ ਕਦੋਂ ਹੁੰਦਾ ਵਾ, ਜਿੱਦਾਂ ਆਪਾਂ ਪਹਿਲਾਂ ਵੀ ਦੇਖਿਆ ਕਿ ਜਦੋਂ ਆਪਾਂ ਜਦੋਂ ਸੈਂਚੁਰੀਜ਼ ਦੀ ਗੱਲ ਕੀਤੀ ਸੀ, 100 ਸਾਲ ਬਾਅਦ, 200 ਸਾਲ ਬਾਅਦ, 300 ਸਾਲ ਬਾਅਦ, 400 ਸਾਲ ਬਾਅਦ। ਸੋ ਆਪਾਂ ਦੇਖਿਆ 400 ਸਾਲ ਬਾਅਦ ਜਿਹੜੀ ਹੈਗੀ ਆ ਉਹ ਰਿਮਾਈਂਡਰ ਹੋ ਆਪਣਾ ਔਡ ਡੇਜ਼ 0 ਹੋ ਗਏ, ਠੀਕ ਹੈ, ਠੀਕ ਹੈ। ਸੋ ਇੱਥੇ ਮਤਲਬ 400 ਸਾਲ ਬਾਅਦ ਜਿਹੜਾ ਹੈਗਾ ਉਹ ਕੈਲੰਡਰ ਫੇਰ ਦੁਬਾਰਾ ਰਿਪੀਟ ਕਰਨ ਲੱਗ ਪਿਆ, ਓਕੇ। ਸੋ ਇਸੇ ਕਰਕੇ ਆਪਾਂ ਇਹੀ ਦੇਖਣਾ ਹੁੰਦਾ, ਜੋ ਸਾਡੇ ਕੋਲ ਈਅਰ ਵਾਈਜ਼ ਪੁੱਛਣ ਲੱਗ ਪਏ ਤਾਂ ਆਪਣਾ ਕੀ ਹੈ ਕਿ ਜਦੋਂ ਜਿੰਨੇ ਸਾਲਾਂ ਬਾਅਦ ਜਿਹੜਾ ਹੈਗਾ ਵਾ ਉਹ ਆਹ ਜੋ ਔਡ ਡੇਜ਼ 0 ਹੋ ਗਏ ਉਦੋਂ ਫਿਰ ਜਿਹੜਾ ਹੈਗਾ ਉਹ ਰੈਪੀਟੀਸ਼ਨ ਸ਼ੁਰੂ ਹੋ ਜਾਊਗੀ, ਉਹ ਉਸ ਸਾਲ ਦਾ ਕੈਲੰਡਰ ਜਿਹੜਾ ਹੈਗਾ ਸੇਮ ਜਿਹੜਾ ਹੈਗਾ 2007 ਵਾਲਾ ਹੋਊਗਾ, ਓਕੇ। ਸੋ ਇਹਦੇ ਲਈ ਅਸੀਂ ਔਡ ਡੇਜ਼ ਕੱਢਣੇ ਆ। ਸੋ ਪਹਿਲੀ ਗੱਲ 2007 ਦੇ ਵਿੱਚ ਕਿੰਨੇ ਔਡ ਡੇਜ਼ ਹੋਣਗੇ, ਦੇਖੋ 2007 ਜਿਹੜਾ ਇੱਕ ਨਾਰਮਲ ਈਅਰ ਆ, ਲੀਪ ਈਅਰ ਨਹੀਂ। ਸੋ ਇਹਦੇ ਵਿੱਚ ਸਾਡੇ ਕੋਲ 1 ਆ ਗਿਆ, ਠੀਕ ਹੈ। ਹੁਣ 8 ਦੇ ਵਿੱਚ ਕਿੰਨੇ ਹੋਣਗੇ, 8 ਦੇ ਵਿੱਚ ਸਾਡੇ ਕੋਲ ਕਿਉਂਕਿ ਲੀਪ ਦਾ ਸਾਲ ਆ 8 ਤਾਂ ਸਾਡੇ ਕੋਲ 2 ਆ ਜਾਣਗੇ। ਇੱਦਾਂ ਹੀ 9 ਦੇ ਵਿੱਚ 1, 10 ਦੇ ਵਿੱਚ 1, 11 ਦੇ ਵਿੱਚ 1 ਔਰ ਇਹ ਕਿੰਨੇ ਬਣ ਗਏ ਸਾਡੇ, ਜੋੜ ਹੋ ਗਿਆ ਇਹਦਾ, ਇਹ ਸਾਡੇ ਕੋਲ ਬਣ ਗਏ 6। ਇੱਥੇ ਤੱਕ ਸਾਡੇ ਜੋੜ 6 ਹੋ ਗਿਆ, ਠੀਕ ਹੈ। ਪਰ 2012 ਦੇ ਵਿੱਚ ਫਿਰ ਸਾਡੇ ਕੋਲ ਲੀਪ ਦਾ ਸਾਲ ਆ ਗਿਆ ਤਾਂ 2 ਔਡ ਈਅਰ ਆ ਗਏ, ਠੀਕ ਹੈ। ਸੋ ਇੱਥੇ 2008 ਹੋ ਗਿਆ, ਠੀਕ ਹੈ। ਸੋ 6 ਨੂੰ ਡਿਵਾਈਡ ਕਰਦੇ ਆ 7 ਨਾਲ ਤਾਂ 6 ਹੀ ਰਿਮਾਈਂਡਰ ਆਉਂਦਾ, 8 ਨੂੰ ਕਰਦੇ ਆ 7 ਨਾਲ ਡਿਵਾਈਡ ਤਾਂ 1 ਰਿਮਾਈਂਡਰ ਆ ਜਾਂਦਾ, ਮਤਲਬ 0 ਰਿਮਾਈਂਡਰ ਨਹੀਂ ਆ ਰਿਹਾ, ਹਲੇ ਆਪਾਂ ਨੂੰ ਹੋਰ ਅੱਗੇ ਜਾਣਾ ਪੈਣਾ ਵਾ, ਠੀਕ ਹੈ। ਸੋ 13 ਦੇ ਵਿੱਚ ਫਿਰ 1, 14 ਦੇ ਵਿੱਚ ਫਿਰ 1, 15 ਦੇ ਵਿੱਚ ਫਿਰ 1 ਔਰ 16 ਦੇ ਵਿੱਚ ਸਾਡੇ ਕੋਲ ਲੀਪ ਈਅਰ ਫਿਰ ਆ ਗਿਆ ਤਾਂ ਸਾਡੇ ਕੋਲ 2 ਆ ਗਏ, ਠੀਕ ਹੈ। ਸੋ 8 ਦੇ ਵਿੱਚ ਇੱਥੇ ਕਿੰਨਾ ਐਡੀਸ਼ਨ ਕਿੰਨਾ ਹੋ ਗਿਆ, 9 ਹੋ ਗਿਆ, ਇੱਥੇ 10 ਹੋ ਗਿਆ, ਇੱਥੇ 11 ਹੋ ਗਿਆ ਔਰ 11 ਔਰ 2 13 ਹੋ ਗਿਆ, ਠੀਕ ਹੈ। ਮਤਲਬ 1 ਸਾਲ ਸਾਨੂੰ ਹੋਰ ਲੈਣਾ ਪੈਣਾ। ਹੁਣ 2017 ਦੇ ਵਿੱਚ ਕਿੰਨੇ ਔਡ ਡੇਜ਼ ਹੋ ਗਏ, 2017 ਦੇ ਵਿੱਚ ਔਡ ਡੇਜ਼ ਹੋ ਗਏ, ਕਿੰਨੇ ਹੋ ਗਏ ਸਾਡੇ ਕੋਲ 2017 ਦੇ ਵਿੱਚ ਔਡ ਡੇਜ਼ 100, ਟੋਟਲ ਕਿੰਨਾ ਹੋ ਗਿਆ 14, ਠੀਕ ਹੈ। ਸੋ 2017 ਦੇ ਵਿੱਚ ਕਿਉਂਕਿ ਜਿਹੜੇ ਹੈਗਾ ਉਹ ਟੋਟਲ 14 ਹੋ ਗਿਆ, 14 ਨੂੰ 7 ਨਾਲ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਰਿਮਾਈਂਡਰ ਕਿੰਨਾ ਬਚੇਗਾ 0, ਠੀਕ ਹੈ। ਸੋ 2017 ਸਾਲ ਜਦੋਂ ਪੂਰਾ ਖਤਮ ਹੋ ਗਿਆ ਉਸ ਤੋਂ ਬਾਅਦ 2018 ਸ਼ੁਰੂ ਹੋਇਆ, ਠੀਕ ਹੈ। ਸੋ 2018 ਵਾਲਾ ਕੈਲੰਡਰ ਜਿਹੜਾ ਬਿਲਕੁਲ 2007 ਦੇ ਨਾਲ ਕਰੂਗਾ ਮੈਚ, ਓਕੇ। 2017 ਵਾਲਾ ਨਹੀਂ ਕਿਉਂਕਿ 2017 ਦੇ ਆਪਾਂ ਸਾਰੇ ਔਡ ਡੇਜ਼ ਕਾਊਂਟ ਕੀਤੇ ਆ, ਮਤਲਬ 2017 ਪੂਰਾ ਪਾਸ ਹੋ ਚੁੱਕਾ ਵਾ। ਜੇ ਆਪਾਂ ਉਹਦੇ ਔਡ ਡੇਜ਼ ਕਾਊਂਟ ਕਰ ਲਏ ਤਾਂ 2017 ਪਾਸ ਹੋ ਚੁੱਕਾ ਵਾ ਸਾਰਾ, ਠੀਕ ਹੈ। ਸੋ ਇਸ ਤੋਂ ਬਾਅਦ ਜਿਹੜਾ ਵਾ ਸਾਡਾ ਉਹ ਰਿਮਾਈਂਡਰ ਜਿਹੜਾ ਉਹ 0 ਬਚਦਾ, ਰਾਈਟ। ਸੋ ਇਸ ਕਰਕੇ ਸਾਲ ਜਿਹੜਾ 2018 ਇਹ ਜਿਹੜਾ ਹੈਗਾ ਇਹਦਾ ਕੈਲੰਡਰ 2007 ਵਾਲਾ ਹੋਏਗਾ, ਬਿਲਕੁਲ ਸੇਮ।
ਓਕੇ ਔਨ ਐਂਡ ਫਾਈਨਲੀ ਇਹ ਸਾਰੇ ਕੁਐਸਚਨ ਆ ਗਏ ਆ ਠੀਕ ਹੈ ਇਹ ਸਾਰੇ ਹੁਣ ਆਪਾਂ ਕਨਸੈਪਟ ਸਮਝ ਲਏ ਆ ਉਹਨਾਂ ਸਾਰੇ ਤਰੀਕੇ ਦੇ ਕੁਐਸਚਨ ਵੀ ਆਪਾਂ ਪ੍ਰੈਕਟਿਸ ਕਰ ਲਏ ਆ ਰਾਈਟ ਐਂਡ ਇਹ ਕੁਐਸਚਨ ਜਿਹੜੇ ਹੈਗੇ ਆ ਉਹ ਤੁਹਾਡੀ ਆਪਣੀ ਪ੍ਰੈਕਟਿਸ ਦੇ ਲਈ ਆ ਇਹਨਾਂ ਦੇ ਆਨਸਰ ਜਿਹੜੇ ਹੈਗੇ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦਿਆਂਗਾ ਰਾਈਟ ਸੋ ਇਹ ਤੁਹਾਡਾ ਹੋਮਵਰਕ ਹੈ ਔਰ ਇਸ ਤਰੀਕੇ ਨਾਲ ਤੁਸੀਂ ਆਪਣਾ ਇਹ ਜੋ ਕੈਲੰਡਰ ਵਾਲਾ ਕਨਸੈਪਟ ਹੈਗਾ ਵਾ ਇਹਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਸੋਲਵ ਕਰਕੇ ਦੇਖੋ ਔਰ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਵਾ ਉਹ ਕੰਸੋਲੀਡੇਟ ਕਰ ਲਓ ਰਾਈਟ ਸੋ ਇੱਥੇ ਹੀ ਆਪਾਂ ਕਰਦੇ ਹਾਂ ਅੱਜ ਦਾ ਲੈਕਚਰ ਸਮਾਪਤ ਸੋ ਮਿਲਦੇ ਹਾਂ ਫਿਰ ਹਰ ਹਾਲ ਜਦ ਤੱਕ ਜੁੜੇ ਰਹੋ ਪੀਵੀ ਸਰ ਦੇ ਨਾਲ।